दोहदा तिन बेदियन की कुल विखे प्रगटे नानक राय। ਤਿੰਨ ਬੇਦੀਆਂ। ਇਹ ਬੇਦੀ ਕੌਣ ਸਨ? ਸ੍ਰੀ ਰਾਮਚੰਦਰ ਦੇ ਦੋ ਪੁੱਤਰ ਹੋਏ ਨੇ। ਇੱਕ ਦਾ ਨਾਮ ਸੀ ਲਵ ਤੇ ਦੂਜੇ ਦਾ ਨਾਮ ਸੀ ਕੁਸ਼। ਇਹ ਸਾਰਾ ਹੀ ਪੰਜਾਬ ਸੀ ਜਿਹੜਾ ਅੱਜ ਕੱਲ੍ਹ ਪਾਕਿਸਤਾਨ ਹੈ ਤੇ ਰਵਾੜੀ ਤੱਕ ਜੋ ਹਿੰਦੁਸਤਾਨ ਭਾਰਤ ਦੀ ਧਰਤੀ ਹੈ, ਇਹ ਸਾਰਾ ਹੀ ਪੰਜਾਬ ਸੀ। ਪੰਜਾਬ ਵਿੱਚ ਲਵ ਨੇ ਲਾਹੌਰ ਵਸਾਇਆ ਤੇ ਕੁਸੂ ਨੇ ਕਸੂਰ ਸ਼ਹਿਰ ਵਸਾ ਦਿੱਤਾ। ਦੋਵਾਂ ਭਰਾਵਾਂ ਨੇ ਆਪੋ ਆਪਣੇ ਸ਼ਹਿਰ ਵਸਾ ਲਏ। ਜੇ ਸ਼ੁਰੂ ਤੋਂ ਲਈਏ ਤੇ 10 ਪ੍ਰਜਾਪਤ ਰਾਜਾ ਹੋਇਆ ਹੈ। ਇਸ ਦੀਆਂ 10,000 ਲੜਕੀਆਂ ਪੈਦਾ ਹੋਈਆਂ ਸਨ। ਇਹਨਾਂ ਦੇ ਵਿਆਹ ਦੇਵਤਿਆਂ ਦੇ ਨਾਲ ਕਰ ਦਿੱਤੇ ਗਏ, ਜਿਨ੍ਹਾਂ ਵਿੱਚੋਂ 4 ਲੜਕੀਆਂ ਦਾ ਵਿਆਹ ਜਿਹੜਾ ਉਹ ਕਸ਼ਪ ਰਿਸ਼ੀ ਨਾਲ ਹੋਇਆ। ਇਹ ਸਨ ਅਦਿਤੀ ਤੇ ਸੂਰਜ ਪੁੱਤਰ ਤੋਂ ਸੂਰਜੀ ਵੰਸ਼ ਚੱਲ ਪਿਆ, ਜਿਹੜੇ ਸੂਰਜੀ ਵੰਸ਼ ਕਹਾਉਂਦੇ ਨੇ, ਸੂਰਜ ਦੀ ਪੂਜਾ ਕਰਦੇ ਨੇ। ਤੇ ਰਘੂ ਦੇ ਅੱਜ ਰਾਜੇ ਹੋਏ। ਅੱਜ ਦੇ ਘਰ ਦਸ਼ਰਥ ਨੇ ਜਨਮ ਲਿਆ ਤੇ ਦਸ਼ਰਥ ਦੇ ਅੱਗੇ 4 ਪੁੱਤਰ ਸਨ, ਰਾਮ, ਸ਼ਤਰੂਘਨ, ਲక్ష్మణ ਤੇ ਭਰਤ। ਰਾਮ ਦੇ ਅੱਗੇ 2 ਪੁੱਤਰ ਹੋਏ ਨੇ, ਲਵ ਤੇ ਕੁਸ਼। ਪੰਜਾਬ ਵਿੱਚ ਲਵ ਨੇ ਲਾਹੌਰ ਵਸਾਇਆ ਤੇ ਕੁਸ਼ ਨੇ ਕਸੂਰ। ਕੁਸੂ ਦੀ ਵੰਸ਼ ਤੋਂ ਕਾਲਕੀਤ ਪੈਦਾ ਹੋਇਆ ਤੇ ਲਵ ਦੀ ਵੰਸ਼ ਤੋਂ ਕਾਲ ਰਾਏ ਪੈਦਾ ਹੋਇਆ। ਇਹਨਾਂ ਦੋਵਾਂ ਭਰਾਵਾਂ ਦਾ ਆਪਸ ਦੇ ਵਿੱਚ ਇੱਕ ਘਮਸਾਨ ਯੁੱਧ ਹੋਇਆ, ਜਿੰਦੇ ਵਿੱਚ ਕਾਲ ਰਾਏ ਜਿਹੜਾ ਸੀ ਉਹ ਹਾਰ ਗਿਆ। ਕਾਲ ਰਾਏ ਨੇ ਸਨੌੜ ਰਾਜੇ ਦੇ ਜਾ ਕੇ ਨਾ ਸ਼ਰਨ ਲੈ ਲਈ, ਉਹਦੀ ਪੁੱਤਰੀ ਨਾਲ ਵਿਆਹ ਕਰਾ ਲਿਆ ਤੇ ਇਹ ਉੱਥੋਂ ਦਾ ਸਨੌੜ ਦਾ ਰਾਜਾ ਬਣ ਗਿਆ, ਜਿੱਥੋਂ ਸੋਢ ਵੰਸ਼ ਚੱਲੀਏ। ਸੋਢੀ ਪਾਤਸ਼ਾਹ 10ਵੇਂ ਪਾਤਸ਼ਾਹ ਨੂੰ ਆਪਾਂ ਆਖਦੇ ਹਨ। ਇਹ ਗੁਰੂ ਮਹਾਰਾਜ ਜੀ 10ਵੇਂ ਪਾਤਸ਼ਾਹ ਦੀ ਸੱਚੇ ਸਤਿਗੁਰ ਦੀ ਕਿਰਪਾ ਹੀ ਜੋ ਮੈਂ ਵਿਖਿਆਨ ਕਰ ਰਿਹਾ। ਧੰਨ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਨੇ ਆਪ ਦਸਮ ਗ੍ਰੰਥ ਦੀ ਬਾਣੀ ਦੇ ਅੰਦਰ ਦਰਜ ਕੀਤਾ, ਪਰ ਸਮੇਂ ਦੇ ਅੰਦਾਜ਼ ਦੇ ਨਾਲ ਸਿਰਫ ਵਿਆਖੀ ਕਰ ਰਿਹਾ। ਕਾਲ ਰਾਏ ਨੇ ਸਨੌੜ ਰਾਏ ਦੇ ਮਰਨ ਤੋਂ ਉਪਰੰਤ ਉਸ ਦਾ ਰਾਜ ਭਾਗ ਸੰਭਾਲ ਲਿਆ। ਉਸ ਦੀ ਪੁੱਤਰੀ ਨਾਲ ਵਿਆਹ ਕਰਵਾ ਕੇ ਇਸ ਤੋਂ ਸੋਢੀ ਰਾਏ ਨੇ ਜਨਮ ਲਿਆ, ਜਿਸ ਤੋਂ ਅੱਗੇ ਸੋਢ ਵੰਸ਼ ਚੱਲੀ। ਇਹ ਜਿਹੜੀ ਸੋਢ ਵੰਸ਼ ਹੈ, ਇਹਨਾਂ ਦਾ ਫਿਰ ਅੱਗੇ ਹੋਰ ਵਿਵਾਦ ਚੱਲਦਾ ਗਿਆ। ਜਦੋਂ ਅੱਗੇ ਹੋਰ ਵਿਵਾਦ ਚੱਲਦਾ ਗਿਆ, ਫਿਰ ਇੱਕ ਹਾਰ ਕੇ ਨਾ ਕਾਸ਼ੀ ਵਾਲੀ ਜਗ੍ਹਾ ਤੇ ਆਣ ਕੇ ਤੇ ਵੇਦਾਂ ਸ਼ਾਸਤਰਾਂ ਦਾ ਪਾਠ ਕਰਨ ਲੱਗ ਗਏ। ਫਿਰ ਦੂਸਰੀ ਵੰਸ਼ ਨੂੰ ਥੋੜਾ ਖਿਆਲ ਆਇਆ ਵੀ ਸਾਡੀ ਨੇ, ਉਹਨਾਂ ਨੇ ਲਿਆ ਕੇ ਇਹਨਾਂ ਤੋਂ ਨਾਲੇ ਤਾਂ ਵੇਦਾਂ ਸ਼ਾਸਤਰਾਂ ਦਾ ਗਿਆਨ ਲਿਆ ਸਾਰਿਆਂ ਦਾ, ਨਾਲੇ ਰਾਜ ਭਾਗ ਇਹਨਾਂ ਨੂੰ ਦੇ ਦਿੱਤਾ। ਗੁਰੂ ਮਹਾਰਾਜ ਜੀ ਨੇ ਦਸਮ ਗ੍ਰੰਥ ਦੇ ਅੰਦਰ ਲਿਖਿਆ, ਜਿਨੇ ਵੇਦ ਪੜ੍ਹਿਓ ਸੋ ਵੇਦੀ ਕਹਾਏ, ਤਿੰਨੇ ਧਰਮ ਕੇ ਕਰਮ ਨਿਕੇ ਚਲਾਏ। ਇਹ ਵੇਦੀ ਕਹਾਉਣ ਲੱਗ ਗਏ। ਇਹਨਾਂ ਦੇ ਵਿੱਚ ਧੰਨ ਗੁਰੂ ਨਾਨਕ ਦੇਵ ਜੀ ਸੱਚੇ ਸਤਿਗੁਰੂ ਨੇ ਇਸ ਵੰਸ਼ ਦੇ ਵਿੱਚ ਅਵਤਾਰ ਧਾਰਨ ਕੀਤਾ। 3 ਵੇਦੀਆਂ ਕੀ ਕੁੱਲ ਵਿਖੇ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ। ਉਹਨਾਂ ਵੇਦੀਆਂ ਦੀ ਕੁੱਲ ਦੇ ਵਿੱਚ ਧੰਨ ਗੁਰੂ ਨਾਨਕ ਦੇਵ ਜੀ ਪ੍ਰਗਟੇ ਅਵਤਾਰ ਧਾਰਨ ਕੀਤਾ ਹੈ ਜੀ। ਸਭ ਸਿੱਖਨ ਕੋ ਸੁਖ ਦਏ, ਜਹ ਤਹ ਭਏ ਸਹਾਏ। ਤੇ ਜਿਹੜਾ ਵੀ ਧੰਨ ਗੁਰੂ ਨਾਨਕ ਦੇਵ ਜੀ ਦਾ ਸਿੱਖ ਬਣ ਗਿਆ, ਆਪਾਂ ਸਾਰੇ ਗੁਰੂ ਨਾਨਕ ਦੇਵ ਜੀ ਦੇ ਸਿੱਖਾਂ, ਮੁੱਢ ਗੁਰੂ ਨਾਨਕ ਦੇਵ ਜੀ ਦਾ ਹੀ ਹੈ। ਦਾਸ ਨੇ ਇੱਕ ਦਿਨ ਅੱਗੇ ਵੀ ਥੋੜਾ ਜਿਹਾ ਯਤਨ ਕੀਤਾ ਸੀ। ਜਿਹੜੀ ਮਰਿਆਦਾ ਇਹਨਾਂ ਕੁਝ ਗੁਰੂ ਦੀ ਬਣਾਈ ਹੋਈ ਹੈ, ਕੁਝ ਸੰਗਤਾਂ ਦੀ ਬਣਾਈ ਹੋਈ ਹੈ, ਕੁਝ ਮਹਾਂਪੁਰਸ਼ ਨੇ ਜਿਹੜੇ ਉਹ ਦੱਸ ਦਿੰਦੇ ਨੇ। ਜਿਵੇਂ ਇੱਕ ਉਦਾਹਰਨ ਜਿਹਾ ਹੈ
ਪਹਿਲੂ ਆਪਾਂ ਜਦੋਂ ਇੱਥੇ ਸਹਿਜ ਪਾਠ ਦਾ ਅੰਮ੍ਰਿਤ ਵੇਲੇ ਭੋਗ ਪਾਉਂਦੇ, ਕਥਾ ਪਹਿਲੂ ਹੁੰਦੀ, ਭੋਗ ਬਾਅਦ ਚ ਪਾਇਆ ਜਾਂਦਾ। ਫਿਰ ਕੁਝ ਸੰਗਤਾਂ ਨੇ ਇਤਰਾਜ਼ ਕੀਤਾ ਵੀ ਅਸੀਂ ਤਾਂ ਕਥਾ ਸੁਣਨ ਵਾਸਤੇ ਆਉਂਦੇ ਹਾਂ ਤੇ ਅਸੀਂ ਪਛੜ ਜਾਂਦੇ ਹਾਂ। ਤੇ ਦਾਸ ਨੇ ਵੀ ਜਿਸ ਤਰ੍ਹਾਂ ਤਿਆਰੀ ਕੀਤੀ ਹੁੰਦੀ ਸੀ ਉਸ ਤਰ੍ਹਾਂ ਦਾ ਰੰਗ ਨਹੀਂ ਸੀ ਵੱਜਦਾ। ਫਿਰ ਪਹਿਲੂ ਭੋਗ ਪਾਉਣ ਲੱਗ ਗਏ, ਫਿਰ ਆਪਾਂ ਕਥਾ ਕਰਨ ਲੱਗ ਗਏ, ਮਰਿਆਦਾ ਇਹ ਬਣ ਗਈ ਹੁਣ। ਸੋ ਇਸੇ ਤਰ੍ਹਾਂ ਇਹ ਜਿਹੜਾ ਮੁੱਢ ਹੈ ਇਹ ਗੁਰੂ ਨਾਨਕ ਦੇਵ ਜੀ ਦਾ ਹੈ। ਤੇ ਅੱਗੇ ਗੁਰੂ ਮਹਾਰਾਜ ਜੀ ਗੁਰੂ ਨਾਨਕ ਦੇਵ ਜੀ ਦੀ ਜੋਤ ਲੈ ਕੇ 11ਵੇਂ ਪਾਤਸ਼ਾਹ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਜਿਵੇਂ ਜਿਵੇਂ ਸਮਾਂ ਸੀ ਨਾ ਉਵੇਂ ਉਵੇਂ ਸਮੇਂ ਦੇ ਅਨੁਸਾਰ ਮਰਿਆਦਾ ਬਦਲਦੀ ਗਈ। ਰਹਿਤ ਮਰਿਆਦਾ ਸੀ ਜਿਹੜੀ ਉਹ ਬਦਲਦੀ ਗਈ। ਹੈਗੇ ਆਪਾਂ ਗੁਰੂ ਨਾਨਕ ਦੇਵ ਜੀ ਦੇ ਸਿੱਖ ਹਾਂ, ਕਿਉਂਕਿ 11 ਪਾਤਸ਼ਾਹੀਆਂ ਦੇ ਵਿੱਚ ਜੋਤ ਹੈ ਜਿਹੜੀ ਉਹ ਗੁਰੂ ਨਾਨਕ ਦੇਵ ਜੀ ਦੀ ਹੈ। ਸਭ ਸਿੱਖਣ ਕੋ ਸੁਖ ਦੇ, ਸੱਚੇ ਸਤਿਗੁਰ ਗੁਰੂ ਨਾਨਕ ਦੇਵ ਜੀ ਸਾਰੇ ਸਿੱਖਾਂ ਨੂੰ ਸੁਖ ਦਿੰਦੇ ਨੇ। ਜਹ ਤਹ ਪੈਸਾ ਜਿੱਥੇ ਵੀ ਹੋਵੇ, ਇਹ ਨਹੀਂ ਵੀ ਇੱਥੇ ਸੁਖ ਦੇਣਾ ਤੇ ਉੱਥੇ ਨਹੀਂ ਦੇਣਾ। ਜਹ ਤਹ ਪੈਸਾ ਹੈ, ਹਰ ਥਾਂ ਤੇ ਸਹਾਇਤਾ ਕਰਦੇ ਹਨ ਜੀ। ਚੌਪਈ ਤਿਨ ਇਹ ਕਲਮੋ ਧਰਮ ਚਲਾਇਓ। ਇਹ ਧਰਮ ਜਿਹੜਾ ਨਾ ਸਿੱਖ ਧਰਮ, ਇਹ ਧੰਨ ਗੁਰੂ ਨਾਨਕ ਦੇਵ ਜੀ ਦਾ ਚਲਾਇਆ ਹੋਇਆ ਹੈ ਜੀ। ਸਭ ਸਾਧਨ ਕੋ ਰਾਹ ਬਤਾਇਓ। ਤੇ ਉਸ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਦੇ ਜਿੰਨੇ ਵੀ ਸਾਧਨ ਨੇ ਨਾ, ਮੁਸਲਮਾਨਾਂ ਨੂੰ ਵੀ ਦੱਸਿਆ, ਆਪਾਂ ਸ਼ਬਦ ਪੜ੍ਹਦੇ ਹਾਂ ਗੁਰਬਾਣੀ ਦੇ ਅੰਦਰ। ਜੋਗੀਆਂ ਨੂੰ ਵੀ ਦੱਸਿਆ, ਗੁਰਬਾਣੀ ਦੇ ਅੰਦਰ ਸ਼ਬਦ ਆਉਂਦੇ ਨੇ। ਤੇ ਜਿਹੜੇ ਹੋਰ ਧਰਮਾਂ ਦੇ ਸਨ ਉਹਨਾਂ ਨੂੰ ਵੀ ਦੱਸਿਆ। ਜਿੰਨੇ ਵੀ ਸਾਧਨ ਨੇ ਨਾ ਉਸ ਪ੍ਰਭੂ ਪਰਮਾਤਮਾ ਦੇ, ਉਹਨਾਂ ਨੂੰ ਗੁਰੂ ਨਾਨਕ ਦੇਵ ਜੀ ਨੇ ਸੁਧਾਰਿਆ ਹੈ, ਉਹਨਾਂ ਨੂੰ ਦੱਸਿਆ ਹੈ। ਪੰਜ ਨਵਾਜ਼ਾਂ ਵਕਤ ਪੰਜ, ਪੰਜਾਂ ਪੰਜੇ ਨੌ। ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਪੰਜ ਨਵਾਜ਼ਾਂ ਦੇ ਪੰਜ ਨਾਂ ਨੇ ਤੇ ਪੰਜੇ ਵਕਤ ਪੜ੍ਹਦੇ ਆ। ਉਹਨਾਂ ਦਾ ਅੱਗੇ ਫਿਰ ਪੂਰਾ ਹਵਾਲਾ ਦਿੱਤਾ। ਇਸ ਤਰ੍ਹਾਂ ਸੱਚੇ ਸਤਿਗੁਰ ਨੇ ਸਭ ਸਾਧਨ ਕੋ ਰਾਹ ਬਤਾਇਓ। ਸਾਰੇ ਸਾਧਨ ਨੇ ਜਿਹੜੇ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਦੇ, ਉਹਨਾਂ ਦਾ ਸਹੀ ਰਾਹ ਦੱਸਣਾ ਕੀਤਾ ਹੈ ਜੀ। ਜੋਤਾ ਕੇ ਮਾਰਗ ਮਹਿ ਆਏ। ਤੇ ਜਿਹੜਾ ਗੁਰੂ ਨਾਨਕ ਦੇਵ ਜੀ ਦੇ ਚਲਾਏ ਹੋਏ ਗੁਰਸਿੱਖੀ ਮਾਰਗ ਦੇ ਵਿੱਚ ਆ ਜਾਂਦਾ ਹੈ, ਇਹ ਕਬਹੂ ਨਹੀਂ ਪਾਪ ਸੰਤਾਏ। ਉਹਨੂੰ ਫਿਰ ਪਾਪ ਦੁਖੀ ਨਹੀਂ ਕਰਦਾ। ਪਾਪ ਇਹਨਾਂ ਜਿਹੜਾ ਪਾਪ ਆਪਣਾ ਬਦਲਵਾਂ ਰੂਪ ਲੈ ਕੇ ਦੁੱਖ ਆਉਂਦਾ ਹੈ। ਅਸੀਂ ਪਾਪ ਕਰਦੇ ਹਾਂ ਤੇ ਉਹ ਪਾਪ ਨੂੰ ਭੋਗਦੇ ਕਿਵੇਂ ਆ? ਦੁੱਖ ਦੇ ਨਾਲ। ਉਸ ਪਾਪ ਦੇ ਬਦਲੇ ਸਾਨੂੰ ਦੁੱਖ ਮਿਲਦਾ। ਜਿਵੇਂ ਕਿਸੇ ਨੇ ਚੋਰੀ ਕੀਤੀ, ਪਾਪ ਹੈ, ਪੁਲਿਸ ਵਾਲੇ ਫਿਰ ਉਹਨੂੰ ਕੁੱਟਦੇ ਨੇ, ਇਹ ਦੁੱਖ ਹੈ। ਇਸ ਤਰ੍ਹਾਂ ਤੇ ਕਬੂ ਨੇ ਪਾਪ ਸੰਤਾਏ, ਫਿਰ ਕੀਤਾ ਹੋਇਆ ਜਿਹੜਾ ਪਿਛਲੇ ਜਨਮਾਂਤਰਾਂ ਦੇ। ਇਹ ਨਹੀਂ ਵੀ ਅਸੀਂ ਗੁਰੂ ਨਾਨਕ ਦੇਵ ਜੀ ਦੇ ਸਿੱਖਾਂ ਤੇ ਸਾਨੂੰ ਕਿਹੜਾ ਪਾਪ ਕੁਝ ਕਹਿੰਦੇ ਨੇ ਜੋ ਮਰਜ਼ੀ ਕਰੀ ਜਾਈਏ, ਇਹ ਗੱਲ ਨਹੀਂ ਹੈਗੀ। ਵੀ ਜਾਣੇ ਅਣਜਾਣੇ ਦੇ ਵਿੱਚ ਪਿੱਛੇ ਗੁਨਾਹ ਜਿਹੜੇ ਹੋ ਗਏ ਨਾ, ਗੁਰੂ ਮਹਾਰਾਜ ਜੀ ਕਹਿੰਦੇ ਨੇ ਉਹ ਦੁੱਖ ਰੂਪ ਹੋ ਕੇ ਤੰਗ ਨਹੀਂ ਕਰਦੇ ਹਨ। ਜੇ ਜੇ ਪੰਥ ਕਵਨ ਕੇ ਭਲੇ। ਜਿਹੜਾ ਗੁਰੂ ਨਾਨਕ ਦੇਵ ਜੀ ਦੇ ਪੰਥ ਰਸਤੇ ਮਾਰਗ ਤੇ ਚੱਲ ਪਿਆ ਹੈ, ਪਾਪ ਤਾਪ ਤਨ ਕੇ ਪ੍ਰਭ ਹਰੇ। ਵੈਗੁਰੂ ਉਹਨਾਂ ਦੇ ਪਾਪ ਤੇ ਤਾਪ ਜਿਹੜੇ ਨੇ ਨਾ ਦੂਰ ਕਰ ਦਿੰਦਾ ਹੈ। ਲੋਕ ਭੋਗ ਕਬਹੂ ਨ ਸੰਤਾਏ। ਇਹਨੂੰ ਨਾ ਦੁੱਖ ਲੱਗੇਗਾ ਤੇ ਨਾ ਹੀ ਇਹ ਭੁੱਖਾ ਰਹੇਗਾ। ਗੁਰੂ ਨਾਨਕ ਦੇਵ ਜੀ ਦਾ ਸਿੱਖ ਹੈ ਨਾ ਜਿਹੜਾ, ਇਹ ਕਦੇ ਭੁੱਖਾ ਨਹੀਂ ਮਰਦਾ। ਗੁਰੂ ਨਾਨਕ ਦੇਵ ਜੀ ਸੱਚੇ ਸਤਿਗੁਰ ਆਪ ਕਿਰਪਾ ਕਰਦੇ ਨੇ। ਉਸ ਗੁਰਸਿੱਖ ਦੇ ਘਰੇ ਹਰ ਪ੍ਰਕਾਰ ਦੀ ਬਰਕਤ ਰਹਿੰਦੀ ਹੈ ਜੀ। ਜਾਲ ਕਾਲ ਕੇ ਵਿੱਚ ਨਾ ਆਏ। ਇਹ ਕਾਲ ਹੈ, ਕਲ ਯੁੱਗ। ਇਹਨੇ ਅਨੇਕ ਪ੍ਰਕਾਰ ਦੇ ਰੂਪਾਂ ਦੇ ਵਿੱਚ ਜਾਲ ਫਸਾਇਆ ਹੈ ਤੇ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਗੁਰਸਿੱਖ ਉਹ ਇਹਦੇ ਵਿੱਚ ਨਹੀਂ ਫਸਦਾ ਹੈ। ਨਾਨਕ ਅੰਗਦ ਕੋ ਬਖਤਰਾ। ਹੁਣ ਉਪਰੰਤ ਧੰਨ ਗੁਰੂ ਨਾਨਕ ਦੇਵ ਜੀ ਨੇ ਨਾ ਜਿਹੜਾ ਸਰੀਰ ਧਾਰਨ ਕੀਤਾ ਉਹ ਗੁਰੂ ਅੰਗਦ ਦੇਵ ਜੀ ਦਾ ਹੋ ਗਿਆ। ਬੱਪ ਦਾ ਅਰਥ ਹੁੰਦਾ ਸਰੀਰ। ਜੋਤ ਇੱਕੋ ਹੀ ਏ, ਬਸ ਸਰੀਰ ਜਿਹੜਾ ਹੁਣ ਗੁਰੂ ਨਾਨਕ ਦੇਵ ਜੀ ਤੋਂ ਗੁਰੂ ਅੰਗਦ ਦੇਵ ਜੀ ਹੋ ਗਏ ਹਨ। ਧਰਮ ਪ੍ਰਚਰ ਇਹ ਜਗ ਮੋਹ ਕਰਾ। ਤੇ ਇਹ ਧਰਮ ਦੇ ਪ੍ਰਚਾਰ ਵਾਸਤੇ, ਕਾਦੇ ਵਾਸਤੇ? ਵੀ ਇੱਕ ਸਰੀਰ ਹੈ ਜਿਹੜਾ ਇਹਦੀ ਅਵਧੀ 100 ਸਾਲ ਦੀ ਹੁੰਦੀ ਹੈ, ਜ਼ਿਆਦਾ ਤੋਂ ਜ਼ਿਆਦਾ 125 ਸਾਲ ਦੀ ਹੋ ਸਕਦੀ ਹੈ। ਜਿਵੇਂ ਵਸਤਰੇ ਆਪਾਂ ਪਾਏ ਹੋਏ ਨੇ ਤੇ ਕਿੰਨਾ ਚਿਰ ਕੱਢਣਗੇ, ਅਖੀਰ ਤਾਂ ਇਹਨਾਂ ਨੇ ਸਰੀਰ ਦੇ ਨਾਲ ਨਹੀਂ ਨਿਭਣਾ ਨਾ, ਪਾਟ ਜਾਣਾ ਹੈ। ਉਸੇ ਤਰ੍ਹਾਂ ਪ੍ਰਚਾਰ ਕਰਨਾ ਸੀ ਗੁਰੂ ਨਾਨਕ ਦੇਵ ਜੀ ਨੇ, ਅਜੇ ਪੂਰਨ ਨਹੀਂ ਸੀ ਹੋਇਆ। ਤਾਂ ਕਰਕੇ ਪ੍ਰਚਾਰ ਧਾਰਨ ਕਰਨ ਵਾਸਤੇ ਨਾ ਸੱਚੇ ਸਤਿਗੁਰ ਨੇ ਫਿਰ ਗੁਰੂ ਅੰਗਦ ਦੇਵ ਜੀ ਦੇ ਸਰੀਰ ਰੂਪੀ ਇਹ ਬਾੜਾ ਧਾਰਨ ਕਰ ਲਿਆ ਹੈ ਜੀ। ਅਮਰਦਾਸ ਪੁਨ ਨਾਮ ਕਹਾਇਓ। ਤੇ ਤੀਜੀ ਵਾਰ ਫਿਰ ਤੀਜੀ ਪੀੜ੍ਹੀ ਆ ਗਈ ਹੈ, ਧੰਨ ਗੁਰੂ ਅਮਰਦਾਸ ਜੀ ਹੋ ਗਏ ਹਨ। ਜਨ ਦੀਪਕ ਤੇ ਦੀਪ ਜਗਾਇਓ। ਇਹ ਇਸ ਤਰ੍ਹਾਂ ਵੀ ਮੰਨ ਲਓ ਜਿਵੇਂ ਇੱਕ ਦੀਵਾ ਜਗਦਾ ਹੈ ਨਾ,
ਤੇ ਉਹਦੇ ਤੋਂ ਅਸੀਂ ਅੱਗੇ ਹੋਰ ਦੀਵਾ ਜਗਾ ਲਈਏ। ਭਾਵ ਜਿਹੜਾ ਗਿਆਨ ਗੁਰੂ ਨਾਨਕ ਦੇਵ ਜੀ ਦੇ ਅੰਦਰ ਸੀ, ਜਿਹੜਾ ਦੀਵਾ ਗੁਰੂ ਨਾਨਕ ਦੇਵ ਜੀ ਦੇ ਅੰਦਰ ਜਗਦਾ ਸੀ, ਉਹੀ ਗੁਰੂ ਅੰਗਦ ਤੇ ਗੁਰੂ ਅਮਰਦਾਸ ਜੀ ਦੇ ਅੰਦਰ ਹੈ ਜੀ। ਜਬ ਵਰਦਾਨ ਸਮੈ ਬਹੁ ਆਵਾ। ਹੁਣ ਇੱਥੇ ਜਿਹੜੀ ਵਰਦਾਨ ਦੀ ਗੱਲ ਆਈ ਹੈ ਨਾ, ਇਹ ਥੋੜੀ ਜੀ ਸਮਝਣੀ ਪਏਗੀ। ਧੰਨ ਗੁਰੂ ਰਾਮਦਾਸ ਸੱਚੇ ਸਤਿਗੁਰ ਦਾ ਸੋਢ ਬੰਸ, ਇਹਨਾਂ ਦਾ ਜੋ ਪਿੱਛੇ ਦਾਸ ਨੇ ਥੋੜਾ ਜਿਹਾ ਪ੍ਰਸੰਗ ਦੱਸਿਆ ਨਾ, ਹੁਣ ਵੀ ਥੋੜਾ ਦੱਸੇਗਾ, ਫਿਰ ਕਿਤੇ ਗੁਰੂ ਕਿਰਪਾ ਕਰੇਗਾ ਤੇ ਆਪਾਂ ਇਹਦਾ ਪੂਰਾ ਖੁਲਾਸਾ ਕਰਾਂਗੇ ਵੀ ਵਰਦਾਨ ਵਾਲਾ ਕਿਹੜਾ ਸੀ। ਜਦੋਂ ਬੇਦੀਆਂ ਨੂੰ ਰਾਜ ਭਾਗ ਮਿਲ ਗਿਆ ਤੇ ਆਪ ਜਿਹੜਾ ਰਾਜਾ ਸੀ ਉਹ ਸੰਨਿਆਸ ਦੇ ਲਈ ਚਲਾ ਗਿਆ, ਤੇ ਇਹ ਵੇਦ ਵੰਸ਼ ਨੇ ਨਾ ਫਿਰ ਉਦੋਂ ਵਰਦਾਨ ਦਿੱਤਾ ਸੀ। ਤੇ ਇਸ ਨੇ ਜਿਹੜਾ ਵਰਦਾਨ ਸੀ ਉਦੋਂ ਲਿਆ ਨਹੀਂ, ਕਹਿੰਦਾ ਜੀ ਮੈਂ ਫਿਰ ਅੱਗੇ ਕੋਈ ਸਮਾਂ ਆਵੇਗਾ ਤੇ ਉਦੋਂ ਇਹ ਜਿਹੜਾ ਰਾਜ ਭਾਗ ਹੈ ਨਾ ਇਹ ਸੰਭਾਲਾਂਗਾ। ਇਹ ਉਸ ਵਰਦਾਨ ਦੀ ਗੁਰੂ ਦਸਵੇਂ ਪਾਤਸ਼ਾਹ ਗੱਲ ਕਰਦੇ। ਮੇਰੇ ਤੋਂ ਪੂਰਾ ਖੁਲਾਸਾ ਨਹੀਂ ਹੋਇਆ, ਸਮਝਾਇਆ ਨਹੀਂ ਗਿਆ, ਮੈਂ ਮਾਫੀ ਮੰਗਦਾ। ਫਿਰ ਕਿਸੇ ਦਿਨ ਗੁਰੂ ਕਿਰਪਾ ਕਰੇਗਾ ਨਾ, ਪੂਰੀ ਤਿਆਰੀ ਦੇ ਨਾਲ ਪੂਰਾ ਵਿਖਿਆਨ ਆਪਾਂ ਕਰਾਂਗੇ। ਹੁਣ ਜਿਹੜਾ ਵਰਦਾਨ ਦੇਣਾ ਸੀ ਸੋਢ ਬੰਸ ਨੂੰ, ਉਹ ਸਮਾਂ ਆ ਗਿਆ ਹੈ ਜੀ। ਰਾਮਦਾਸ ਤਬ ਗੁਰੂ ਕਹਾਵਾ। ਤੇ ਉਹ ਵਰਦਾਨ ਮਿਲ ਗਿਆ ਧੰਨ ਗੁਰੂ ਰਾਮਦਾਸ ਸੱਚੇ ਸਤਿਗੁਰ ਨੂੰ, ਤੇ ਗੁਰਤਾ ਗੱਦੀ ਉੱਪਰ ਸੁਭਾਇਮਾਨ ਹੋ ਗਏ ਹਨ। ਤੇ ਵਰਦਾਨ ਪੁਰਾਤਨ ਦਿਆ। ਉਹਨਾਂ ਪਿਛਲੇ ਸਮੇਂ ਦਾਸ ਨੇ ਮਾਫੀ ਮੰਗ ਲਈ, ਇਤਨਾ ਮੇਰੇ ਕੋਲ ਸਮਾਂ ਵੀ ਨਹੀਂ ਹੈਗਾ ਤੇ ਤਿਆਰੀ ਵੀ ਥੋੜਾ ਜਿਹਾ ਅਖੰਡ ਪਾਠ ਸਾਹਿਬ ਵਿੱਚ ਰੌਲਾ ਲਾਣੀਆਂ ਪਈਆਂ ਨੇ, ਇਤਨੀ ਵਧੀਆ ਨਹੀਂ ਹੋਈ। ਸੋ ਇਸ ਕਰਕੇ ਮੈਂ ਮਾਫੀ ਮੰਗਦਾ, ਮਜਬੂਰੀ ਸੀ ਮੇਰੀ। ਇਹ ਪੁਰਾਤਨ ਵਰਦਾਨ ਹੈ ਜਿਹੜਾ, ਇਹਦਾ ਵਿਖਿਆਨ ਆਪਾਂ ਗੁਰੂ ਤੋਂ ਮਾਫੀ ਮੰਗ ਲੈਂਦੇ ਆ, ਫਿਰ ਕਿਤੇ ਕਰਾਂਗੇ ਜੀ। ਅਮਰਦਾਸ ਸੁਰਪੁਰ ਮਗਲੀਆ। ਹੁਣ ਧੰਨ ਗੁਰੂ ਅਮਰਦਾਸ ਜੀ ਸੱਚੇ ਸਤਿਗੁਰ ਸੱਚਖੰਡ ਵਿੱਚ ਜਾ ਸੁਭਾਇਮਾਨ ਹੋਏ ਹਨ। ਸ੍ਰੀ ਨਾਨਕ ਅੰਗਦ ਕਰਮਾਨਾ। ਹੁਣ ਜਿਹੜੇ ਗੁਰਮੁਖ ਪਿਆਰੇ ਗੁਰਸਿੱਖਾਂ ਨੇ ਨਾ ਧੰਨ ਗੁਰੂ ਨਾਨਕ ਦੇਵ ਜੀ ਨੂੰ ਤੇ ਗੁਰੂ ਅੰਗਦ ਦੇਵ ਜੀ ਨੂੰ ਇੱਕੋ ਰੂਪ ਕਰਕੇ ਜਾਣਨਾ ਕੀਤਾ ਹੈ। ਅਮਰਦਾਸ ਅੰਗਦ ਪਹਿਚਾਨਾ। ਤੇ ਜਿਨ੍ਹਾਂ ਨੇ ਧੰਨ ਗੁਰੂ ਅੰਗਦ ਦੇਵ ਜੀ ਤੇ ਗੁਰੂ ਅਮਰਦਾਸ ਜੀ ਨੂੰ ਇੱਕ ਰੂਪ ਕਰਕੇ ਜਾਣਨਾ ਕੀਤਾ ਹੈ। ਅਮਰਦਾਸ ਰਾਮਦਾਸ ਕਹਾਇਓ। ਤੇ ਜਿਨ੍ਹਾਂ ਨੇ ਧੰਨ ਗੁਰੂ ਅਮਰਦਾਸ ਜੀ ਤੇ ਧੰਨ ਗੁਰੂ ਰਾਮਦਾਸ ਜੀ ਨੂੰ ਇੱਕੋ ਰੂਪ ਕਰਕੇ ਜਾਣਨਾ ਕੀਤਾ ਹੈ। ਇਹਦਾ ਮਤਲਬ ਇਹ ਹੈ ਕਿ ਜਿਹੜੇ ਗੁਰੂ ਨਾਨਕ ਦੇਵ ਜੀ ਦੇ ਸਿੱਖ ਸਨ ਨਾ, ਉਹ ਕਿਤੇ ਇਹ ਨਾ ਕਹਿ ਦੇਣ ਵੀ ਅਸੀਂ ਤਾਂ ਗੁਰੂ ਨਾਨਕ ਦੇਵ ਜੀ ਦੇ ਸਿੱਖ ਹਾਂ ਤੇ ਗੁਰੂ ਅੰਗਦ ਦੇਵ ਜੀ ਤਾਂ ਸਾਡੇ ਨਾਲ ਹੀ ਸੇਵਾ ਕਰਦੇ ਰਹੇ ਨੇ। ਜਿਵੇਂ ਅਸੀਂ ਪੜ੍ਹਦੇ ਰਹੇ ਹਾਂ ਨਾ ਸਾਰੇ ਇਕੱਠੇ, ਤੇ ਜਦੋਂ ਇਕੱਠੇ ਉਹ ਸਾਡੇ ਤੋਂ ਕਈ ਅੱਗੇ ਲੰਘੇ ਹੋਏ ਨੇ ਤੇ ਸਾਡੇ ਮਨ ਦੇ ਵਿੱਚ ਆ ਜਾਂਦਾ ਪੜ੍ਹਦਾ ਤਾਂ ਮੇਰੇ ਨਾਲ ਹੀ ਰਿਹਾ ਹੈ ਨਾ। ਇਹ ਤਾਂ ਗੁਰੂ ਦਸਵੇਂ ਪਾਤਸ਼ਾਹ ਨੇ ਇੱਥੇ ਇਹ ਦੋਹਰਾ ਜਿਹੜਾ ਲਿਖਿਆ ਹੈ ਵੀ ਕੋਈ ਇਹ ਨਾ ਕਹੇ, ਜਿਹੜਾ ਸਿੱਖ ਇਹ ਮਨ ਦੇ ਵਿੱਚ ਸੋਚਦਾ ਸੀ ਵੀ ਮੈਂ ਤਾਂ ਗੁਰੂ ਨਾਨਕ ਦੇਵ ਜੀ ਦਾ ਸਿੱਖ ਹਾਂ ਤੇ ਗੁਰੂ ਅੰਗਦ ਦੇਵ ਜੀ ਤਾਂ ਮੇਰੇ ਨਾਲ ਹੀ ਤੁਰੇ ਫਿਰੇ ਨੇ, ਉਹਨਾਂ ਦੇ ਉੱਤੇ ਜ਼ਿਆਦਾ ਜ਼ੋਰ ਦਿੱਤਾ ਗੁਰੂ ਮਹਾਰਾਜ ਜੀ ਨੇ। ਸੋ ਜਿਹੜੇ ਗੁਰਸਿੱਖ ਸਨ ਜਿਨ੍ਹਾਂ ਨੇ ਚਾਰਾਂ ਸਰੂਪਾਂ ਨੂੰ ਇੱਕੋ ਕਰਕੇ ਜਾਣਨਾ ਕੀਤਾ ਹੈ ਜੀ। ਸਾਧਨ ਲਖਾ ਮੋੜ ਨਹਿ ਪਾਇਓ। ਤੇ ਸਾਧਨ ਲਖਾ, ਉਹਨਾਂ ਨੇ ਨਾ ਜਿਹੜਾ ਸਾਧਨ ਹੈ ਨਾ ਗੁਰਸਿੱਖੀ ਦੇ ਨਾਲ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਦਾ, ਉਹ ਜਾਣ ਲਿਆ ਹੈ ਤੇ ਉਹ ਮੂਰਖਾਂ ਦੇ ਵਿੱਚ ਨਹੀਂ ਗਿਣੇ ਗਏ, ਉਹਨਾਂ ਨੂੰ ਸਿਆਣਿਆਂ ਦੇ ਵਿੱਚ ਗਿਣੋ। ਤੇ ਮੂਰਖ ਕਿਹੜੇ ਨੇ? ਜਿਹੜੇ ਆਂਦੇ ਸਨ ਧੰਨ ਗੁਰੂ ਅਮਰਦਾਸ ਜੀ ਤਾਂ ਸਾਡੇ ਨਾਲ ਹੀ ਪਾਣੀ ਢੋਂਦੇ ਰਹੇ ਨੇ ਨਾ, ਉਹ ਮੂਰਖਾਂ ਦੀ ਗਿਣਤੀ ਵਿੱਚ ਆ ਗਏ ਹਨ। ਭਿੰਨ ਭਿੰਨ ਸਭ ਹੋ ਕਰ ਜਾਣਾ। ਤੇ ਜਿਨ੍ਹਾਂ ਨੇ ਭਾਈ ਇਹਨਾਂ ਨੂੰ ਅੱਡ ਅੱਡ ਕਰਕੇ ਜਾਣਿਆ ਹੈ, ਏਕ ਰੂਪ ਕਿਨ ਹੋ ਪਹਿਚਾਨਾ। ਇਹਨਾਂ ਚਾਰਾਂ ਨੂੰ ਇੱਕੋ ਰੂਪ ਕਿਸੇ ਵਿਰਲੇ ਨੇ ਹੀ ਪਛਾਣਨਾ ਕੀਤਾ ਹੈ। ਜਿਨ ਜਾਣਾ ਤਿਨ ਹੀ ਸਿਧ ਪਾਈ। ਇਹ ਸਿੱਧੀ ਉਹਨਾਂ ਨੂੰ ਪ੍ਰਾਪਤ ਹੋਈ ਸੀ ਜਿਨ੍ਹਾਂ ਨੇ ਚਾਰਾਂ ਸਰੂਪਾਂ ਨੂੰ ਇੱਕ ਕਰਕੇ ਜਾਣ ਲਿਆ ਹੈ। ਬਿਨ ਸਮਝੇ ਸਿਧ ਹਾਥ ਨਾ ਆਈ। ਸਮਝੇ ਇੱਕ, ਜੇ ਅੱਜ ਵੀ ਅਸੀਂ ਆਖੀਏ ਨਾ ਵੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਗੁਰੂ ਨਹੀਂ ਹੈਗੇ, ਸੀ ਤਾਂ ਦਸਵੇਂ ਪਾਤਸ਼ਾਹ ਦੇ ਗੁਰਸਿੱਖਾਂ ਜਾਂ ਪੰਜਾਂ ਪਿਆਰਿਆਂ ਦੇ ਗੁਰਸਿੱਖਾਂ, ਤੇ ਫਿਰ ਸਾਡੇ ਵਰਗਾ ਮੂਰਖ ਵੀ ਕੋਈ ਨਹੀਂ। ਇਹ ਦਾਸ ਨੇ ਖੇਚਲਾ ਵੀ ਤਾਂ ਹੀ ਕੀਤੀ ਹੈ ਵੀ ਇਸ ਤਰ੍ਹਾਂ ਦੇ ਭੁਲੇਖੇ ਸਾਡੇ ਦੂਰ ਹੋ ਜਾਣ, ਕਿਉਂਕਿ ਦਸਮ ਗ੍ਰੰਥ ਦੀ ਬਾਣੀ ਪੜ੍ਹਦੇ ਵੀ ਬਹੁਤ ਘੱਟ ਆ ਅਸੀਂ, ਇਹਦੀ ਕਥਾ ਵਾਰਤਾ ਵੀ ਬਹੁਤ ਘੱਟ ਹੁੰਦੀ ਹੈ। ਕੁਝ ਵਿਰੋਧੀ ਤੱਥਾ ਹੈ, ਇੱਕ ਵਿਰੋਧੀ ਪੱਖ ਹੈ, ਉਹ ਵੀ ਇਹਦੀ ਵਿਰੋਧਤਾ ਹੀ ਇਸ ਕਰਕੇ ਕਰ ਰਹੇ ਕਿ ਸਾਡੀ ਸ਼ਰਧਾ ਜਿਹੜੀ ਗੁਰੂ ਗ੍ਰੰਥ ਸਾਹਿਬ ਚੋਂ ਉਹ ਘਟ ਜਾਵੇ। ਸੋ ਇੱਥੇ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਹਨ, ਜਿਨ ਜਾਣਾ ਤਿਨ ਹੀ ਸਿੱਧ ਪਾਈ, ਬਿਨ ਸਮਝੇ ਸਿੱਧ ਹਾਥ ਨਾ ਆਈ। ਬਿਨਾਂ ਸਮਝ ਤੋਂ ਭਾਈ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਤੱਕ ਇੱਕੋ ਹੀ ਜੋਤ ਹੈ।
ਤੇ ਬਿਨਾਂ ਸਮਝ ਤੋਂ ਇਹ ਸਿੱਧੀ ਹੱਥ ਵਿੱਚ ਨਹੀਂ ਆਵੇਗੀ। ਰਾਮਦਾਸ ਹਰਿ ਸੋ ਮਿਲ ਅੱਗੇ ਗਏ। ਧੰਨ ਗੁਰੂ ਰਾਮਦਾਸ ਜੀ ਸੱਚਖੰਡ ਜਾ ਸੁਭਾਇਮਾਨ ਹੋਏ ਹਨ। ਗੁਰਤਾ ਦੇਤ ਅਰਜਨ ਹੈ ਭਏ। ਧੰਨ ਗੁਰੂ ਅਰਜਨ ਦੇਵ ਜੀ ਨੂੰ ਗੁਰਤਾ ਗੱਦੀ ਦਾ ਰਾਜ ਮਿਲ ਗਿਆ ਹੈ ਜੀ। ਜਬ ਅਰਜਨ ਪ੍ਰਭ ਲੋਕ ਸੁਧਾਏ। ਜਦੋਂ ਧੰਨ ਗੁਰੂ ਅਰਜਨ ਦੇਵ ਜੀ ਪ੍ਰਭੂ ਪਰਮਾਤਮਾ ਵਿੱਚ ਅਭੇਦ ਹੋ ਗਏ ਹਨ ਹਰ ਗੋਬਿੰਦ ਤਹਿ ਠਾਠ ਠਹਿਰਾਏ। ਤੇ ਆਪਣੀ ਜਗ੍ਹਾ ਤੇ ਨਾ ਫਿਰ ਗੁਰੂ ਨਾਨਕ ਦੇਵ ਜੀ ਦੀ ਸਿੱਖੀ ਦਾ ਪ੍ਰਚਾਰ ਕਰਨ ਦੇ ਲਈ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਸੁਭਾਇਮਾਨ ਕਰ ਦਿੱਤੇ। ਪਾਵਨ ਸਥਾਨ ਜਿੱਥੇ ਆਪਾਂ ਅੱਜ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਕੇ ਗੁਰੂ ਮਹਾਰਾਜ 10ਵੇਂ ਪਾਤਸ਼ਾਹ ਦਾ ਅਵਤਾਰ ਪੁਰਬ ਮਨਾ ਰਹੇ ਆ। ਇਹ 6ਵੇਂ ਪਾਤਸ਼ਾਹ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਚਰਨ ਛੋਹ ਪ੍ਰਾਪਤ ਸਥਾਨ ਹੈ ਜੀ। ਹਰ ਗੋਬਿੰਦ ਪ੍ਰਭ ਲੋਕ ਸੁਧਾਰੇ। ਜਦੋਂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਸਤਿਗੁਰ ਦਾ ਸਮਾਂ ਆ ਗਿਆ ਹੈ, ਹਰੀ ਰਾਏ ਤਹਿ ਠਾਂ ਬੈਠਾਰੇ। ਫਿਰ ਸ੍ਰੀ ਹਰਿ ਰਾਏ ਸਾਹਿਬ ਮਹਾਰਾਜ ਜੀ ਸੱਚੇ ਸਤਿਗੁਰ ਨੂੰ ਨਾ ਇਹ ਸਗਾਸਨ ਦੀ ਪ੍ਰਾਪਤੀ ਹੋ ਗਈ ਹੈ। ਹਰੀ ਕ੍ਰਿਸ਼ਨ ਤਿਨ ਕੇ ਸੁਤ ਵਏ। ਅੱਗੇ ਸ੍ਰੀ ਹਰਿਕ੍ਰਿਸ਼ਨ ਸਾਹਿਬ ਗੁਰੂ ਮਹਾਰਾਜ ਜੀ ਸੱਚੇ ਸਤਿਗੁਰੂ ਸ੍ਰੀ ਹਰਿ ਰਾਏ ਸਾਹਿਬ ਜੀ ਦੇ ਸਾਹਿਬਜ਼ਾਦੇ ਹਨ ਤਿਨ ਤੇ ਤੇਗ ਬਹਾਦਰ ਭਏ। ਤੇ ਉਹਨਾਂ ਤੋਂ ਨਾ ਅੱਗੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਸੱਚੇ ਸਤਿਗੁਰੂ ਫਿਰ ਗੁਰਤਾ ਗੱਦੀ ਦੇ ਮਾਲਕ ਹੋਏ ਹਨ। ਤਿਲਕ ਜੰਜੂ ਰਾਖਾ ਪ੍ਰਭ ਤਾਕਾ। ਤੇ ਤਿਲਕ ਜੰਜੂ ਔਰੰਗਜ਼ੇਬ ਨੇ ਇੱਕ ਮਰਿਆਦਾ ਕਾਇਮ ਕਰ ਦਿੱਤੀ ਸੀ ਬਈ ਨਾ ਤਾਂ ਤੁਸੀਂ ਤਿਲਕ ਲਾ ਸਕਦੇ ਹੋ ਤੇ ਨਾ ਜਿਹੜਾ ਜਨੇਊ ਹੈ ਨਾ ਜੰਜੂ ਇਹ ਪਹਿਨ ਸਕਦੇ ਹੋ। ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਫਿਰ ਇਹਨਾਂ ਦੇ ਆਸਰੇ ਬਣੇ ਤੇ ਫਿਰ ਆਸਰੇ ਬਣ ਕੇ ਇਹਨਾਂ ਦੀ ਰਾਖੀ ਕੀਤੀ। ਰਾਖਾ ਪ੍ਰਭ ਤਾਕਾ ਪ੍ਰਭੂ ਰੂਪ ਹੈ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਗੁਰੂ ਨਾਨਕ ਦੇਵ ਜੀ ਦੇ ਰੂਪ ਹੈ। ਵੇਖੋ ਇੱਕ ਬੜਾ ਵੱਡਾ ਕੌਤਕ ਇਹ ਦਾਸ ਦੇ ਸਾਹਮਣੇ ਆ ਗਿਆ। ਇੱਕ ਸਮਾਂ ਸੀ ਗੁਰੂ ਨਾਨਕ ਦੇਵ ਜੀ ਸੱਚੇ ਸਤਿਗੁਰੂ ਨੇ ਨਾ ਕਰ ਦਿੱਤੀ ਸੀ ਵੀ ਅਸੀਂ ਇਹ ਜੰਜੂ ਨਹੀਂ ਪਾਣਾ ਤੇ ਅੱਜ ਉਸੇ ਜੰਜੂ ਦੀ ਰੱਖਿਆ ਕਰ ਰਹੇ ਨੇ। ਇਸ ਦਾ ਕਾਰਨ ਇਹ ਹੈ ਵੀ ਗੁਰੂ ਨਾਨਕ ਦੇਵ ਜੀ ਨੇ ਇਹ ਸਿੱਖ ਧਰਮ ਜਿਹੜਾ ਚਲਾਉਣਾ ਕੀਤਾ ਹੈ ਇਹਦੇ ਵਿੱਚ ਜਿਹੜਾ ਮਰਿਆਦਾ ਹੈ ਉਹ ਜੰਜੂ ਦੀ ਮਰਿਆਦਾ ਨਹੀਂ ਹੈ। ਆ ਕਈ ਗੁਰਮੁਖ ਪਿਆਰੇ ਡੋਰੀ ਵਾਲੀ ਸ੍ਰੀ ਸਾਹਿਬ ਧਾਰਨ ਕਰ ਲੈਂਦੇ ਨੇ ਨਾ, ਇਹ ਮਰਿਆਦਾ 'ਚ ਨਹੀਂ ਆਉਂਦੀ ਹੈਗੀ, ਇਹ ਨਹੀਂ ਧਾਰਨ ਕਰਨੀ ਚਾਹੀਦੀ। ਤੇ ਗੁਰੂ ਨਾਨਕ ਦੇਵ ਜੀ ਨੇ ਉੱਥੇ ਦੱਸਿਆ ਸੀ ਬਈ ਇਹਦੇ ਨਾਲ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਵੀ ਨਹੀਂ ਹੁੰਦੀ। ਸਮਝਾਉਣ ਦੇ ਨਾਲ ਕੋਈ ਸਮਝ ਜਾਵੇ ਤੇ ਬੜੀ ਚੰਗੀ ਗੱਲ ਏ, ਤੇ ਜੇ ਅਸੀਂ ਮਜਬੂਰ ਕਰਕੇ ਕਿਸੇ ਨੂੰ ਸਮਝਾਈਏ ਤੇ ਫਿਰ ਉਹ ਮਾੜੀ ਗੱਲ ਹੋ ਜਾਂਦੀ ਹੈ। ਕਹਿ ਦਿਓ ਅਗਲੇ ਨੂੰ ਸਮਝਾ ਦਿਓ, ਜੇ ਸਮਝਦਾ ਹੈ ਕੋਈ ਗਲਤ ਕਰ ਰਹੀ ਹੈ ਤੇ ਗਲਤ ਰਸਤੇ ਤੇ ਜਾ ਰਿਹਾ ਸੀ, ਕਹਿ ਰਹੀ ਹੈ ਰਸਤਾ ਗਲਤ ਹੈ, ਠੀਕ ਨਹੀਂ ਹੈਗਾ, ਇੱਧਰ ਨਾ ਜਾ ਇੱਧਰ ਦੀ ਜਾਵੜ, ਬਸ ਇੰਨਾ ਹੀ ਕਹਿਣਾ। ਇਹ ਨਹੀਂ ਵੀ ਉਹਨੂੰ ਬਾਹਰ ਤੋਂ ਫੜ ਕੇ ਘੜੀਸ ਕੇ ਤੂੰ ਇੱਧਰ ਦੀ ਨਹੀਂ ਜਾ ਸਕਦਾ ਇੱਧਰ ਦੀ ਜਾਣਾ, ਇਹ ਗਲਤ ਗੱਲ ਹੈ। ਇਹਦੇ ਤੋਂ ਸਾਨੂੰ ਇਹ ਗਿਆਨ ਮਿਲਦਾ ਹੈ। ਗੁਰੂ ਨਾਨਕ ਦੇਵ ਜੀ ਨੇ ਸਮਝਾਇਆ ਵੀ ਇਹ ਨਹੀਂ, ਪ੍ਰਭੂ ਪਰਮਾਤਮਾ ਦਾ ਨਾਮ ਜਪੋ, ਉਹਦੇ ਨਾਲ ਗਤੀ ਤੇ ਮੁਕਤੀ ਹੋਏਗੀ। ਤੇ ਜਿਹੜੇ ਮੰਨ ਗਏ ਨੇ ਠੀਕ ਨੇ। ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਫਿਰ ਇਹਨਾਂ ਦੀ ਰਾਖੀ ਕਰਕੇ ਇਹ ਸਿੱਧ ਕਰ ਦਿੱਤਾ ਸੀ ਬਈ ਅਸੀਂ ਸਿਰਫ ਸਮਝਾਣਾ ਹੀ ਹੈ, ਕਿਸੇ ਨੂੰ ਕੰਪੈਲ ਨਹੀਂ ਕਰਨਾ, ਮਜਬੂਰ ਨਹੀਂ ਕਰਨਾ ਹੈ ਜੀ। ਕੀਨੋ ਬੜੋ ਕਲੂ ਮਹਿ ਸਾਕਾ। ਇਹ ਕਲਯੁਗ ਤੇ ਸਭ ਤੋਂ ਵੱਡਾ ਸਾਕਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਕਿਸੇ ਧਰਮ ਦੀ ਰੱਖਿਆ ਦੇ ਲਈ ਆਪਣਾ ਕੁਰਬਾਨ ਕਰਕੇ ਤੇ ਕਰ ਗਏ ਹਨ। ਸਾਧਨ ਹੇਤ ਇਤੇ ਜਨ ਕਰੀ। ਇਹ ਵੇਖੋ ਸੱਚੇ ਸਤਿਗੁਰ ਨੇ ਕਿਰਪਾ ਕੀਤੀ ਹੈ। ਇਤੀ ਜਿਨ ਕਰੀ ਸਾਧਨ ਹੇਤ, ਇਹਨਾਂ ਨੂੰ ਹੁਣ ਸਾਧੂ ਆਖਿਆ ਗਿਆ ਹੈ। ਇਹਨਾਂ ਦੇ ਪ੍ਰੇਮ ਦੇ ਲਈ, ਇਹਨਾਂ ਦੇ ਪੱਖ ਦੇ ਲਈ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ। ਸਸ ਦੀਆ ਪਰ ਸੀ ਨ ਉਚਰੀ। ਸੀਸ ਦਿਆ ਪਰ ਸੀ ਨਾ ਉਚਰੀ। ਸੀਸ ਦੇ ਦਿੱਤਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਸੱਚੇ ਸਤਿਗੁਰ ਨੇ, ਪਰ ਮੁਖ ਚੋਂ ਸੀ ਨਹੀਂ ਆਖੀ ਹੈ ਜੀ। ਧਰਮ ਹੇਤ ਸਾਕਾ ਜਿਨ ਕੀਆ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਧਰਮ ਦੀ ਰੱਖਿਆ ਦੇ ਲਈ ਇਹ ਸਾਕਾ ਕੀਤਾ ਹੈ। ਸੀਸ ਦੀਆ ਪਰ ਸਿਰ ਨ ਦੀਆ। ਸਿਰ ਦੇ ਦਿੱਤਾ ਪਰ ਸਿਰ ਜਿਹੜਾ ਸਿਰ ਸੀ ਉਹ ਨਹੀਂ ਦਿੱਤਾ। ਹੁਣ ਸਿਰੜ ਕੀ ਸੀ? ਆਪਾਂ ਆਮ ਬੋਲੀ 'ਚ ਸਿਰੜ ਆਖਦੇ ਆ। ਇਹ ਸਿਰੜ ਕੀ ਸੀ? ਔਰੰਗਜ਼ੇਬ ਨੇ 3 ਸ਼ਰਤਾਂ ਰੱਖੀਆਂ ਸਨ। ਪਹਿਲੀ ਸ਼ਰਤ, ਤੁਸੀਂ ਕਲਾਮਾਤ ਵਿਖਾਓ, ਰੀਧੀਆਂ ਸਿੱਧੀਆਂ ਸਾਨੂੰ ਵਿਖਾਣੀਆਂ ਕਰੋ। ਤੇ ਦੂਜੀ, ਮੁਸਲਮਾਨ ਹੋ ਜਾਓ। ਤੀਜੀ, ਫਿਰ ਸੀਸ ਦੇਣ ਦੇ ਲਈ ਤਿਆਰ ਹੋ ਜਾਓ। ਗੁਰੂ ਮਹਾਰਾਜ ਜੀ ਨੇ ਆਖਿਆ ਨਾ ਤਾਂ ਅਸੀਂ ਤੈਨੂੰ ਰੀਧੀਆਂ ਸਿੱਧੀਆਂ ਵਿਖਾਣੀਆਂ ਨੇ,
ਤੇ ਨਾ ਹੀ ਅਸੀਂ ਧਰਮ ਪਰਿਵਰਤਨ ਕਰਨਾ ਹੈ। ਤੇ ਇਹ ਸਰੀਰ ਜਿਹੜਾ ਇਹ ਨਾਸਵਾਨ ਹੈ, ਇਹ ਭਾਈ ਅਸੀਂ ਇਸ ਦੇ ਲਈ ਤਿਆਰ ਹਾਂ। ਸੋ ਸੱਚੇ ਸਤਿਗੁਰ ਨੇ ਸੀਸ ਦੇ ਦਿੱਤਾ ਹੈ, ਪਰ ਜਿਹੜੀ ਸਿੱਖਾਂ ਦੇ ਵਿੱਚ ਗੁਰ ਮਰਿਆਦਾ ਬਣਾਈ ਹੈ ਨਾ ਵੀ ਕਿਸੇ ਵੀ ਸਿੱਖ ਨੂੰ ਰਿਧੀਆਂ ਸਿੱਧੀਆਂ ਪ੍ਰਾਪਤ ਹੋ ਜਾਣ ਤੇ ਵਿਖਾਉਣੀਆਂ ਨਹੀਂ, ਇਹ ਮਰਿਆਦਾ ਨੂੰ ਬੜਾ ਕਾਇਮ ਰੱਖਿਆ ਹੈ ਜੀ। ਨਾਟਕ ਚੇਟਕ ਕੀਏ ਕੋ ਕਾਜਾ। ਹੁਣ ਰਿਧੀਆਂ ਸਿੱਧੀਆਂ ਕੀ ਨੇ ਇਹ ਦੱਸਦੇ ਨੇ ਗੁਰੂ ਦਸਵੇਂ ਪਾਤਸ਼ਾਹ। ਨਾਟਕ ਚੇਟਕੇ ਤਾਂ ਨਾਟਕ ਚੇਟਕੇ, ਜਿਵੇਂ ਕੋਈ ਨਾਟਕ ਕਰਦਾ ਕੀ ਕਰਦਾ ਹੈ, ਉਹ ਰੂਪ ਬਦਲ ਲੈਂਦਾ ਹੈ, ਕੱਪੜੇ ਹੋਰ ਪਾ ਲੈਂਦਾ ਹੈ, ਕੱਪੜੇ ਹੋਰ ਪਾ ਕੇ ਤੇ ਫਿਰ ਉਹ ਮਸ਼ਕਰੀਆਂ ਜੀਆਂ ਕਰੀ ਜਾਂਦਾ ਹੈ। ਇਹ ਨਾਟਕ ਚੇਟਕੇ ਨੂੰ ਆਖਿਆ ਰਿਧੀਆਂ ਸਿੱਧੀਆਂ ਕੁਕਾਜਾ। ਇਹ ਮਾੜਾ ਕੰਮ ਹੈ, ਇਹ ਨਹੀਂ ਕਰਨਾ ਚਾਹੀਦਾ ਹੈ ਜੀ। ਪ੍ਰਭ ਲੋਕਨ ਕਹਿ ਆਵਤ ਲਾਜਾ। ਜਿਹੜੇ ਪ੍ਰਭੂ ਪਰਮਾਤਮਾ ਦਾ ਨਾਮ ਜਪਣ ਵਾਲੇ ਗੁਰਮੁਖ ਪਿਆਰੇ ਗੁਰਸਿੱਖ ਨੇ ਨਾ, ਉਹਨਾਂ ਨੂੰ ਤਾਂ ਇਸ ਗੱਲ ਦੀ ਸ਼ਰਮ ਹੀ ਆਉਂਦੀ ਹੈ। ਜੇ ਕੋਈ ਰਿਧੀਆਂ ਸਿੱਧੀਆਂ ਮੁਕਾਉਂਦਾ ਹੈ ਨਾ, ਤੇ ਗੁਰੂ ਮਹਾਰਾਜ ਜੀ ਦੇ ਜਿਹੜੇ ਗੁਰਸਿੱਖ ਨੇ ਨਾ, ਪ੍ਰਭੂ ਦੇ ਬੰਦੇ ਨੇ ਜਿਹੜੇ, ਉਹ ਇਹਦੀ ਬੜੀ ਸ਼ਰਮ ਮੰਨਦੇ ਨੇ। ਉਹਨਾਂ ਨੂੰ ਲੱਜਿਆ ਆਉਂਦੀ ਵੀ ਇਹ ਅਸੀਂ ਕੀ ਕਰ ਰਹੇ ਹਾਂ। ਧੰਨ ਗੁਰਬਾਣੀ ਦੇ ਅੰਦਰ ਫਰਮਾਨ ਹੁੰਦਾ ਹੈ, ਹੁਣ ਨਜ਼ੀਕ ਖੁਦਾਏ ਦੇ ਭੇਤ ਨਾ ਕਿਸੇ ਦੇਣ। ਪ੍ਰਭੂ ਪਰਮਾਤਮਾ ਦੇ ਰਾਹ ਤੇ ਜਦੋਂ ਗੁਰਮੁਖ ਪਿਆਰੇ ਚੱਲਦੇ ਨੇ ਨਾ, ਤੇ ਉਹ ਪਰਮਾਤਮਾ ਸੱਚੇ ਸਤਿਗੁਰ ਫਿਰ ਇੱਕ ਸ਼ਰਤ ਰੱਖਦਾ ਹੈ। ਉਹ ਸ਼ਰਤ ਇਹ ਰੱਖਦਾ ਹੈ ਭਈ ਤੈਨੂੰ ਸਾਰਾ ਕੁਝ ਪਤਾ ਹੋਏਗਾ, ਪਰ ਤੂੰ ਦੱਸਣਾ ਨਹੀਂ ਕਿਸੇ ਨੂੰ। ਜੇ ਤੂੰ ਦੱਸ ਦਿੱਤਾ ਤੇ ਫਿਰ ਭਾਈ ਆਪਣੀ ਨਿਭਣੀ ਨਹੀਂ। ਜੇ ਤਾਂ ਤੂੰ ਇਹ ਕਰ ਸਕਦਾ ਹੈ ਤੇ ਠੀਕ ਹੈ, ਇਸੇ ਨੂੰ ਭਾਣਾ ਆਖੀਏ। ਇਸੇ ਦਾ ਨਾਂ ਹੀ ਭਾਣਾ ਮੰਨਣਾ ਹੈ ਭਈ ਜੋ ਉਹ ਕਰ ਰਹੀ ਹੈ ਠੀਕ ਹੈ, ਉਹਦੇ ਵਿੱਚ ਇੰਟਰਫੇਅਰ ਨਹੀਂ ਕਰਨਾ, ਦਖਲ ਅੰਦਾਜ਼ੀ ਨਹੀਂ ਦੇਣੀ। ਸੋ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਨਾਟਕ ਚੇਟਕ ਕੀਏ ਕੁਕਾਜਾ। ਜਿਹੜੀਆਂ ਰਿਧੀਆਂ ਸਿੱਧੀਆਂ ਦੇ ਨਾਲ ਆ ਪਿੱਛੇ ਜੇ ਕਈ ਸਾਲ ਹੋ ਗਏ ਨੇ, ਇੱਕ ਕੋਈ ਸਾਧੂ ਸੀ ਤੇ ਉਹ ਕੀ ਕਰਿਆ ਕਰੇ, ਜਟਾਂ ਨੂੰ ਦੱਬ ਕੇ ਹਿਲਾਇਆ ਕਰੇ ਤੇ ਜਟਾਂ ਦੇ ਵਿੱਚੋਂ ਨਾ ਸੁਆਹ ਨਿਕਲੇ ਹੁੰਦੇ। ਉਹ ਰਿਧੀ ਸਿੱਧੀ ਦੇ ਨਾਲ ਇਸ ਤਰ੍ਹਾਂ ਦੀ ਪ੍ਰਾਪਤੀ ਸੀ, ਜਾਂ ਕੋਈ ਹੋਰ ਲੱਛਣ ਕੀਤਾ ਹੋਣਾ ਹੈ। ਤੇ ਬੜੀ ਦੁਨੀਆ ਉਹਦੇ ਕੋਲ ਇਕੱਠੀ ਹੋਇਆ ਕਰੇ ਵੀ ਬੜਾ ਸਾਧੂ ਹੈ, ਸਿਰ ਚੋਂ ਸੁਆਹ ਕੱਢਦਾ। ਤੇ ਦਾਸ ਨੂੰ ਵੀ ਕਿਸੇ ਨੇ ਆਖਿਆ ਵੀ ਤੁਸੀਂ ਵੀ ਆਪਾਂ ਵੀ ਚੱਲੀਏ ਦਰਸ਼ਨ ਕਰਨ। ਮੈਨੂੰ ਆਖਿਆ ਸੁਆਹ ਹੀ ਕੱਢਦਾ ਨਾ, ਅੰਮ੍ਰਿਤ ਤਾਂ ਨਹੀਂ ਕੱਢਦਾ। ਤੇ ਸੁਆਹ ਚੁੱਲ੍ਹੇ ਚੋਂ ਬਥੇਰੀ ਨਿਕਲੀ ਜਾਂਦੀ ਏ, ਉਹਦੇ ਅੰਦਰ ਦੀ ਜਿਹੜੀ ਵਕਾਰਾਂ ਦੀ ਅੱਗ ਏ, ਉਹ ਉਹਦੇ ਸਿਰ ਦੇ ਵਿੱਚ ਸੁਆਹ ਬਣ ਰਹੀ ਏ ਸੜ ਸੜ ਕੇ, ਤੇ ਸੁਆਹ ਹੀ ਨਿਕਲਦੀ ਏ ਨਾ। ਸੋ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਕਿਰਪਾ ਕਰਦੇ ਨੇ, ਨਾਟਕ ਚੇਟਕ ਕੀਏ ਕੁਕਾਜਾ। ਜਿਹੜਾ ਇਸ ਤਰ੍ਹਾਂ ਦੇ ਨਾਟਕ ਚੇਟਕ ਕਰਕੇ ਲੋਕਾਂ ਨੂੰ ਮਗਰ ਲਾਉਣਾ ਹੈ ਨਾ, ਇਹ ਬੜਾ ਮਾੜਾ ਕੰਮ ਹੈ, ਇਹ ਬੜਾ ਵੱਡਾ ਗੁਨਾਹ ਹੈ। ਪ੍ਰਭ ਲੋਗਣ ਜਿਹੜੇ ਰੱਬ ਦੇ ਬੰਦੇ ਨੇ ਨਾ, ਪ੍ਰਭੂ ਪਰਮਾਤਮਾ ਦੇ, ਕਹੇ ਆ ਉਹਨਾਂ ਨੂੰ ਤਾਂ ਕਹਿਣ ਲੱਗੇ, ਕਹੇ ਆਵਤ ਲਾਜਾ। ਕਹੇ ਆਵਤ, ਗੱਲ ਕਰਦੀ ਸ਼ਰਮ ਆਉਂਦੀ ਹੈ ਵੀ ਅਸੀਂ ਇਹ ਕੀ ਗੱਲ ਕਰ ਰਹੇ ਹਾਂ ਜੀ। ਦੋਹਰਾ ਠੀਕਰ ਫੋਰ ਦਲੀਸ ਸਿਰ ਪ੍ਰਭੁਪੁਰ ਕੀਆ ਪਿਆਨ। ਸੱਚੇ ਸਤਿਗੁਰ ਨੇ ਨਾ ਜਿਹੜੀ ਠੀਕਰੀ ਭੰਨੀ ਹੈ ਨਾ, ਇਹ ਤੁਰਕਾਂ ਦੇ ਸਿਰ ਤੇ ਭੰਨੀ ਹੈ। ਕਿਉਂ ਭੰਨੀ ਹੈ ਕਿ ਗੁਰੂ ਮਹਾਰਾਜ ਜੀ ਨੇ ਪਹਿਲੇ ਜਾਮੇ ਦੇ ਵਿੱਚ ਵਰ ਦਿੱਤਾ ਸੀ ਬਾਬਰ ਨੂੰ ਵੀ ਤੈਨੂੰ ਇਹ ਪਾਤਸ਼ਾਹੀ ਅਸੀਂ ਬਖਸ਼ੀ, ਪਰ ਇਹ ਹੈ ਤਾਂ ਜੇ ਤੂੰ ਗੁਰੂ ਘਰ ਦੇ ਨਾਲ ਬਣਾ ਕੇ ਰੱਖੇਗਾ ਤੇ ਰਹੀ ਵੀ ਉਹਨਾਂ ਚਿਹਰੇ। ਇਸ ਤਰ੍ਹਾਂ ਠੀਕਰ ਫੋਰ ਦਲੀਸ, ਦਲੀਸ ਦਾ ਤੇ ਦਿੱਲੀ ਦਾ ਰਾਜਾ, ਦਿੱਲੀ ਦਾ ਰਾਜਾ ਸੀ ਔਰੰਗਜ਼ੇਬ। ਔਰੰਗਜ਼ੇਬ ਦੇ ਸਿਰ ਤੇ ਇਹ ਠੀਕਰੀ ਭੰਨ ਦਿੱਤੀ। ਪ੍ਰਭੁਪੁਰ ਕੀਆ ਪਿਆਨ, ਤੇ ਆਪ ਸੱਚੇ ਸਤਿਗੁਰ ਪ੍ਰਭੂ ਪਰਮਾਤਮਾ ਵਿੱਚ ਅਭੇਦ ਹੋ ਗਏ ਹਨ। ਤੇਗ ਬਹਾਦਰ ਸੀ ਕਰਿਆ ਕਰੀ ਨਾ ਕਿਨਹੂ ਆਨ। ਜੋ ਕਿਰਿਆ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਸੱਚੇ ਸਤਿਗੁਰ ਕਰਕੇ ਨੇ ਨਾ, ਇਹ ਕਿਸੇ ਹੋਰ ਤੋਂ ਨਹੀਂ ਹੋ ਸਕੀ ਵੀ ਦੂਜੇ ਦੇ ਧਰਮ ਨੂੰ ਬਚਾਉਣ ਦੇ ਲਈ ਅਸੀਂ ਆਪਣੀ ਜਾਨ ਦੇ ਦਈਏ, ਦੂਜੇ ਦੇ ਧਰਮ ਦੇ ਰਾਖੀ ਦੇ ਲਈ। ਇੱਥੇ ਤੇ ਜੇ ਕੋਈ ਝੂਠ ਬੋਲਦਾ ਹੋਵੇ ਨਾ, ਤੇ ਪੰਚਾਇਤੀ ਬੰਦੇ ਚੁੱਪ ਕਰ ਜਾਂਦੇ ਨੇ ਬਈ ਇਹਦੇ ਨਾਲ ਮੇਰੀ ਵਿਗੜ ਨਾ ਜਾਵੇ। ਤੇ ਵੇਖੋ ਕਿਸੇ ਦੀ ਰੱਖਿਆ ਦੇ ਲਈ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਨੇ ਕਿੰਨੀ ਵੱਡੀ ਕੁਰਬਾਨੀ ਕੀਤੀ ਹੈ। ਤੇਗ ਬਹਾਦਰ ਸੀ ਕਿਰਿਆ, ਜਿਹੜੀ ਕਿਰਿਆ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਸਤਿਗੁਰ ਕਰ ਗਏ ਨੇ ਨਾ, ਕਰੀ ਨਾ ਕਿਨੋਂ ਆਨ, ਕਿਸੇ ਹੋਰ ਤੋਂ ਨਹੀਂ ਹੋ ਸਕੀ ਹੈ ਜੀ। ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸ਼ੋਕ। ਹੁਣ ਜਦੋਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਚਲੇ ਗਏ ਨੇ ਤੇ ਸੰਸਾਰ ਦੇ ਵਿੱਚ ਸੋਗ ਹੋ ਗਿਆ। ਸੂਰਜ ਛਿਪ ਜਾਏਗਾ ਤੇ ਹਨੇਰਾ ਹੀ ਹੋਣਾ ਹੈ ਨਾ।
ਜਿਹੜੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਗੁਰਸਿੱਖ ਸਨ ਨਾ, ਉਹ ਗਮਗੀਰ ਹੋ ਗਏ ਹਨ। ਹੈ ਸਭ ਜਗ ਭਇਓ ਜੈ 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 ਸੁਰਲੋਕ। ਜਿਹੜਾ ਇਹ ਜਗਤ ਸੀ ਇੱਥੇ ਹਾਹਾਕਾਰ ਜ਼ਰੂਰ ਹੋ ਗਈ ਹੈ, ਹਾਹਾਕਾਰ ਮਚ ਗਈ ਹੈ ਵੀ ਬੜਾ ਗੁਨਾਹ ਹੋਇਆ ਹੈ, ਬੜਾ ਜ਼ੁਲਮ ਕੀਤਾ ਦਿੱਲੀ ਦੇ ਰਾਜੇ ਨੇ। ਪਰ ਜਿਹੜੇ ਸੁਰ ਲੋਕ ਹੈ ਨਾ ਅੱਗੇ ਦੇ ਉੱਪਰ ਵਾਲੇ, ਉੱਥੇ ਸਾਰਿਆਂ ਨੇ ਜੈ ਜੈਕਾਰ ਕੀਤੀ। ਕਿਉਂਕਿ ਕੰਮ ਹੈ ਜਿਹੜਾ ਇਹ ਜੈ ਜੈਕਾਰ ਵਾਲਾ ਹੋਇਆ ਹੈ। ਕਿਸੇ ਦੇ ਧਰਮ ਦੀ ਰੱਖਿਆ ਦੇ ਲਈ ਆਪਣਾ ਬਲੀਦਾਨ ਦੇਣਾ, ਇਹ ਜੈ ਜੈਕਾਰ ਵਾਲਾ ਕਾਰਜ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਜੀ ਕਰ ਗਏ ਨੇ, ਇਸ ਕਰਕੇ ਇਹਨਾਂ ਦੀ ਅੱਗੇ ਬੜੀ ਜੈ ਜੈਕਾਰ ਹੋਈ ਹੈ ਜੀ। ਚਾਉ ਪਈ ਅਬ ਮੈਂ ਆਪਣੀ ਕਥਾ ਵਖਾਨੋ। ਹੁਣ ਧੰਨ ਗੁਰੂ ਦਸਵੇਂ ਪਾਤਸ਼ਾਹ ਕਿਰਪਾ ਕਰਦੇ ਨੇ ਵੀ ਅਸੀਂ ਆਪਣਾ ਆਉਣ ਦਾ, ਇਸ ਦੁਨੀਆ ਤੇ ਅਵਤਾਰ ਧਾਰਨ ਦਾ ਜਿਹੜਾ ਕਾਰਨ ਹੈ ਨਾ, ਉਹ ਆਪ ਸੰਗਤਾਂ ਨੂੰ ਦੱਸਣਾ ਚਾਹੁੰਦੇ ਆ। ਹੁਣ ਅਸੀਂ ਆਪਣੀ ਕਥਾ ਬਖਾਨੋ, ਇਹ ਜੋ ਕਥਾ ਚੱਲ ਰਹੀ ਹੈ ਉਹਦਾ ਵਿਖਿਆਨ ਧੰਨ ਗੁਰੂ ਦਸਵੇਂ ਪਾਤਸ਼ਾਹ ਹੁਣ ਆਪ ਕਰ ਰਹੇ ਹਨ। ਤਪ ਸਾਧਨ ਜਹ ਬਿਦ ਮੋਹਿ ਆਨੋ। ਤਪ ਸਾਧਨ, ਜਿਵੇਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬੜਾ ਵੱਡਾ ਤਪ ਕੀਤਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਬਗਾਲਾ ਸਾਹਿਬ 23 ਸਾਲ ਤੱਕ ਇਹ ਤਪ ਕਰਦੇ ਰਹੇ ਨੇ, ਭੋਰੇ ਦੇ ਵਿੱਚ ਰਹਿ ਕੇ। ਸੋ ਇਹ ਜਿਹੜਾ ਤਪ ਕੀਤਾ ਨਾ, ਤਪ ਸਾਧਨ ਜੇ ਬਿਦ ਮੋਹਿ ਆਨੋ, ਇਹ ਤਪ ਸਾਧਨਾ ਕਰਕੇ ਜਿਸ ਤਰ੍ਹਾਂ ਸਾਨੂੰ ਲਿਆਂਦਾ ਗਿਆ ਹੈ, ਆਏ ਨਹੀਂ ਲਿਆਂਦਾ ਗਿਆ ਹੈ, ਸੱਦਿਆ ਗਿਆ ਸੀ। ਇਹ ਧੰਨ ਗੁਰੂ ਦਸਵੇਂ ਪਾਤਸ਼ਾਹ ਅੱਗੇ ਦੱਸਦੇ ਹਨ ਜੀ। ਹੇਮਕੁੰਟ ਪਰਬਤ ਹੈ ਜਹਾਂ। ਜਿੱਥੇ ਹੇਮਕੁੰਟ ਸਾਹਿਬ ਪਰਬਤ ਹੈ, ਜਿੱਥੇ ਵੇਖੋ ਸੰਗਤਾਂ ਦਰਸ਼ਨਾਂ ਨੂੰ ਜਾਂਦੀਆਂ ਨੇ, ਉਸ ਅਸਥਾਨ ਤੇ ਨਾ, ਇਹ ਹੁਣ ਪਿਛਲੀ ਵਾਰ ਤਾਂ ਦੱਸ ਰਹੇ ਨੇ, ਉੱਥੋਂ ਲਿਆਂਦਾ ਗਿਆ ਧੰਨ ਗੁਰੂ ਦਸਵੇਂ ਪਾਤਸ਼ਾਹ ਨੂੰ। ਧੰਨ ਗੁਰੂ ਦਸਵੇਂ ਪਾਤਸ਼ਾਹ ਦੇ ਪ੍ਰਸੰਗ 3 ਮਿਲਦੇ ਨੇ। ਦਸਮ ਗ੍ਰੰਥ ਦੀ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ, ਜਿੱਥੋਂ ਤੱਕ ਮੇਰੀ ਬੁੱਧੀ ਹੈ, ਕਿਸੇ ਨੂੰ ਜ਼ਿਆਦਾ ਪਤਾ ਹੋਵੇ ਤੇ ਮੈਂ ਕਿੰਤੂ ਪਰੰਤੂ ਨਹੀਂ ਕਰਦਾ, ਪਰ ਜੋ ਮੈਂ ਪੜ੍ਹਿਆ ਹੈ, ਜੋ ਮੈਂ ਧੰਨ ਗੁਰੂ ਮਹਾਰਾਜ ਜੀ ਦੇ ਦਸਮ ਗ੍ਰੰਥ ਦੀ ਬਾਣੀ ਦੇ ਵਿੱਚੋਂ ਵਿਚਾਰ ਪ੍ਰਾਪਤ ਕੀਤੀ ਹੈ, ਉਹ ਮੈਨੂੰ ਇਹ ਪਤਾ ਲੱਗਿਆ ਵੀ 3 ਵਾਰੀ ਆਏ, ਪਤਾ ਨਹੀਂ ਕਿੰਨੇ ਵਾਰੀ ਨੇ, ਉਹ ਆਪ ਜਾਣਦੇ ਨੇ। 3 ਵਾਰੀ ਦਾ ਜ਼ਿਕਰ ਗੁਰੂ ਮਹਾਰਾਜ ਜੀ ਨੇ ਆਪ ਕੀਤਾ ਹੈ। ਇੱਕ 9 ਨੰਦਾਂ ਦੇ ਰੂਪ ਦੇ ਵਿੱਚ, ਜੋ ਨੰਦੇੜ ਸਾਹਿਬ ਦੀ ਧਰਤੀ ਹੈ, ਜਿੱਥੋਂ ਗੁਰੂ ਮਹਾਰਾਜ ਜੀ ਨੇ ਥੱਲਿਓਂ ਧੂਆਂ ਤੇ ਚਿਮਟਾ ਕਢਵਾਇਆ ਸੀ, ਉਦੋਂ ਆਏ ਸਨ। ਤੇ ਦੂਜਾ ਜ਼ਿਕਰ ਅੱਜ ਆਪਾਂ ਪੜ੍ਹ ਹੀ ਰਹੇ ਹਾਂ, ਹੇਮਕੁੰਟ ਸਾਹਿਬ ਦਾ ਪਿਛਲੇ ਜਨਮ ਦੀ ਵਾਰਤਾ। ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਅਬ ਮੈਂ ਆਪਣੀ ਕਥਾ ਬਖਾਨੋ, ਹੁਣ ਅਸੀਂ ਆਪਣੀ ਕਥਾ ਦੱਸਦੇ ਹਾਂ। ਤਪ ਸਾਧਨ ਜੇ ਬਿਦ ਮੋਹਿ ਆਨੋ, ਅਸੀਂ ਤਪ ਕਰ ਰਹੇ ਸੀ, ਤਪੱਸਿਆ ਕਰ ਰਹੇ ਸੀ, ਤੇ ਜਿਸ ਤਰੀਕੇ ਦੇ ਨਾਲ ਸਾਨੂੰ ਲਿਆਂਦਾ ਗਿਆ ਹੈ, ਤੇ ਤਪ ਕਿੱਥੇ ਕਰਦੇ ਸੀ, ਇਹ ਵੀ ਸੰਗਤਾਂ ਨੂੰ ਦੱਸ ਰਹੇ ਨੇ। ਕਿੰਨੀ ਵੱਡੀ ਕਿਰਪਾ ਕਰਕੇ ਗਏ ਨੇ ਸਾਡੇ ਤੇ। ਹੇਮਕੁੰਟ ਪਰਬਤ ਹੈ ਜਹਾਂ, ਜਿੱਥੇ ਸ੍ਰੀ ਹੇਮਕੁੰਟ ਸਾਹਿਬ ਪਰਬਤ ਹੈ ਜੀ। ਸਭ ਸਿੰਘ ਸੋਭਤ ਹੈ ਤਹਾਂ। ਤੇ ਨਾਲ ਨਿਸ਼ਾਨੀ ਵੀ ਦੱਸਦੀ, ਕਿਉਂਕਿ ਹੇਮਕੁੰਟ ਪਰਬਤ ਤੇ ਜਿਹੜਾ ਇਹ ਬੜਾ ਵੱਡਾ ਹੈ, ਇਹਦਾ ਏਰੀਆ ਬਹੁਤ ਵੱਡਾ ਹੈ। ਹੁਣ ਇੱਥੇ 7 ਚੋਟੀਆਂ ਦੀ ਨਿਸ਼ਾਨੀ ਦੱਸਦੇ ਨੇ ਬਈ 7 ਚੋਟੀਆਂ ਨੇ ਜਿਹੜੀਆਂ ਉੱਚੀਆਂ, ਇੱਥੇ ਹੋਰ ਕਿਤੇ ਵੀ ਇਸ ਪਰਬਤ ਤੇ 7 ਚੋਟੀਆਂ ਨਹੀਂ। ਚੋਟੀ ਤੋਂ ਆਪ ਇਸ ਤਰ੍ਹਾਂ ਸਮਝ ਲਓ ਜਿਵੇਂ ਬੜਾ ਵੱਡਾ ਪਹਾੜ ਹੈ, ਤੇ ਉਹ ਪਹਾੜ ਜਿਹੜਾ ਨਾ ਉੱਪਰ ਨੂੰ ਤਿੱਖਾ ਹੁੰਦਾ ਜਾਂਦਾ ਹੈ, ਤੇ ਇਹ ਬੜਾ ਵੱਡਾ ਪਹਾੜ ਬਣ ਕੇ ਉੱਪਰ ਨੂੰ ਜੋ ਤਿੱਖਾ ਹੁੰਦਾ ਜਾਂਦਾ, ਜਿਵੇਂ ਤੂੜੀ ਦੇ ਪੁਰਾਣੇ ਸਮੇਂ ਦੇ ਵਿੱਚ ਆਪਾਂ ਕੁੱਪ ਲਾਇਆ ਕਰਦੇ ਸੀ ਤੇ ਉੱਤੇ ਬੋਦੀ ਜੀ ਨਹੀਂ ਸੀ ਬਣਾ ਦਿੰਦੇ, ਇਹਨੂੰ ਚੋਟੀ ਆਖਦੇ ਨੇ। ਸੋ ਇਸ ਤਰ੍ਹਾਂ ਜਿਹੜੀਆਂ 7 ਪਹਾੜ ਨੇ, ਉਹਨਾਂ ਦੀਆਂ ਪਹਾੜ ਇੱਕੋ ਹੀ ਹੈ, ਪਰ ਉਹਦੀਆਂ ਉੱਥੇ ਚੋਟੀਆਂ ਜਿਹੜੀਆਂ 7 ਬਣੀਆਂ ਹੋਈਆਂ ਹਨ। ਸਬਤ ਸਿੰਘ ਤਹਿ ਨਾਮ ਕਹਾਵਾ। ਤੇ ਉਹਨੂੰ 7 ਚੋਟੀਆਂ ਵਾਲਾ ਥਾਂ ਆਖਿਆ ਜਾਂਦਾ ਹੈ। ਗੁਰੂ ਮਹਾਰਾਜ ਜੀ ਨੇ ਨਿਸ਼ਾਨੀ ਦੱਸੀ ਹੈ। ਪਹਿਲੂ ਦੱਸਿਆ ਹੇਮਕੁੰਟ ਸਾਹਿਬ, ਹੇਮ ਕਹਿੰਦੇ ਨੇ ਬਰਫ਼ ਨੂੰ, ਬਈ ਇੱਕ ਨਾ ਬਰਫ਼ ਦਾ ਕੁੰਡ ਹੈ, ਉੱਥੇ ਬੜਾ ਵੱਡਾ ਸਰੋਵਰ ਹੈ, ਬੜਾ ਵੱਡਾ ਕੁੰਡ ਹੈ। ਕੁੰਡ ਆਖ ਲੋ, ਸਰੋਵਰ ਆਖ ਲੋ, ਜਿਵੇਂ ਆਪਾਂ ਚਰਨ ਕੁੰਡ ਆਖ ਸਕਦੇ ਆ, ਇਵੇਂ ਹੇਮਕੁੰਡ, ਹੇਮ ਦਾ ਅਰਥ ਬਰਫ਼ ਹੁੰਦਾ ਹੈ। ਹੇਮ ਸੋਨੇ ਨੂੰ ਵੀ ਆਖਦੇ ਨੇ, ਹੇਮ ਸੋਨੇ ਨੂੰ ਵੀ ਆਖਦੇ ਨੇ। ਹੇਮ ਦਾ ਅਸਲ ਅਰਥ ਹੈ ਜਿਹੜਾ ਉਹ ਚਿੱਟੀ ਚੀਜ਼ ਨੂੰ ਆਖਿਆ ਜਾਂਦਾ ਹੈ। ਬਰਫ਼ ਕੋਈ ਨਾਂ ਨਹੀਂ ਹੈਗਾ, ਬਰਫ਼ ਹੈ ਜਿਹੜੀ, ਇਹ ਕੋਈ ਨਾਂ ਨਹੀਂ ਹੈਗਾ। ਹੇਮ ਕੋਈ ਨਾਂ ਨਹੀਂ ਹੈਗਾ। ਹੇਮ ਚਿੱਟੇ ਰੰਗ ਨੂੰ ਕਿਸੇ ਲੈਂਗੁਏਜ ਦੇ ਵਿੱਚ ਆਖਦੇ ਨੇ। ਗੁਰੂ ਜੀ ਰਹਿਮਤ ਕਰਦੇ ਨੇ, ਇੱਕ ਨਾ 7 ਚੋਟੀਆਂ ਦੇ
ਤੇ ਉੱਥੇ ਨਾ ਜਿਹੜਾ ਇੱਕ ਬੜਾ ਵੱਡਾ ਉਹਨਾਂ ਦੇ ਪੈਰਾਂ ਦੇ ਥੱਲੇ ਚੋਟੀਆਂ ਉਸ ਸਰੋਵਰ ਦੇ ਦੁਆਲੇ ਨੇ, ਤੇ ਉਹ ਜਿੱਥੇ ਉਹਨਾਂ ਦਾ ਤਲ ਬਣਦਾ ਹੈ ਨਾ 7 ਚੋਟੀਆਂ ਦਾ, ਉੱਥੇ ਇੱਕ ਬੜਾ ਵੱਡਾ ਸਰੋਵਰ ਹੈ ਜਿਹੜਾ ਬਰਫ਼ ਦਾ ਢਕਿਆ ਹੋਇਆ ਹੈ ਜੀ। ਪੰਡ ਰਾਜ ਜਹ ਜੋਗ ਕਮਾਵਾ, ਜਿਹੜਾ ਪੰਡੂ ਰਾਜਾ ਹੋਇਆ ਨਾ ਉਹਨੇ ਵੀ ਇੱਥੇ ਯੋਗ ਸਾਧਨਾ ਕੀਤੀ ਸੀ, ਇਹ ਵੀ ਨਿਸ਼ਾਨੀ ਦੱਸ ਦਿੱਤੀ ਹੈ। ਜਿਹੜਾ ਪੰਡੂ ਰਾਜਾ ਹੋਇਆ ਹੈ ਜਿੰਦੇ ਤੋਂ ਅੱਗੇ ਪਾਂਡਵ ਪੀੜ੍ਹੀ ਚੱਲੀ ਏ, ਪਾਂਡਵ ਵੰਸ਼ ਚੱਲੀ ਏ, ਉਹਨੇ ਵੀ ਭਾਈ ਇੱਥੇ ਹੀ ਰਾਜ ਕੀਤਾ ਹੈ ਜੀ। ਤਹਿ ਹਮ ਅਧਿਕ ਤਪੱਸਿਆ ਸਾਧੀ, ਤਾਂ ਗੁਰੂ ਜੀ ਰਹਿਮਤ ਕਰਦੇ ਨੇ ਉੱਥੇ ਅਸੀਂ ਬੜੀ ਵੱਡੀ ਤਪੱਸਿਆ ਕੀਤੀ ਹੋਈ ਹੈ ਜੀ। ਮਹਾਕਾਲ ਕਾਲਿਕਾ ਆਰਾਧੀ, ਮਹਾਕਾਲ, ਕਾਲ ਦਾ ਵੀ ਕਾਲ, ਉਹ ਅਕਾਲ ਪੁਰਖ ਵਾਹਿਗੁਰੂ ਸੱਚੇ ਸਤਿਗੁਰੂ ਜਿਹਨੂੰ ਅਸੀਂ ਨਿਰੰਕਾਰ ਵੀ ਆਖ ਦਿੰਦੇ ਹਾਂ। ਗੁਰੂ ਨਾਨਕ ਦੇਵ ਜੀ ਨੇ ਸਾਨੂੰ ਵਾਹਿਗੁਰੂ ਗੁਰਮੰਤਰ ਆਖਿਆ, ਇਹ ਵੀ ਆਖ ਦਿੰਦੇ। ਹੁਣ ਇੱਥੇ ਨਾ ਕਈ ਮੰਦ ਬੁੱਧੀ ਜਿਹੜੇ ਵਿਰੋਧੀ ਤੱਥ ਨੇ ਨਾ, ਉਹ ਨਾ ਜਿੱਦ ਕਰ ਲੈਂਦੇ ਨੇ ਕਾਲ ਕਾ, ਮਹਾਕਾਲ, ਕਾਲ ਕਾ, ਕਾਲ ਕਾ, ਇਹ 3 ਸ਼ਬਦਾਂ ਤੋਂ ਬਣਿਆ ਹੈ। ਕਾਲ ਕਾ ਕਾਲ, ਕਾਲ ਕਾ ਕਾਲ, ਜਿਵੇਂ ਦਾਸ ਨੇ ਇੱਕ ਦਿਨ ਅੱਗੇ ਥੋੜੀ ਜੀ ਆਪ ਜੀ ਦੀ ਨੌਲੇਜ ਦੇ ਵਾਸਤੇ ਗੱਲ ਕੀਤੀ ਸੀ ਨਾ, ਵੀ ਜਿਹੜੇ ਸ਼ਬਦ ਨੇ ਇਹ ਸ਼ਬਦਾਂ ਦੇ ਸੁਮੇਲ ਤੋਂ ਬਣਦੇ ਨੇ, ਤੇ ਇਹਦੇ ਲਈ ਸਭ ਤੋਂ ਸੌਖਾ ਸਮਝਣ ਵਾਲਾ ਸ਼ਬਦ ਹੈ ਜਿਹੜਾ ਉਹ ਭਤੀਜਾ ਹੈ। ਇਹ ਭਤੀਜਾ ਸ਼ਬਦ ਪਹਿਲੂ ਨਹੀਂ ਸੀ। ਜਦੋਂ ਕੋਈ ਪਹਿਲੂ ਪੁੱਛਦਾ ਨਾ ਵੀ ਆ ਤੇਰੇ ਨਾਲ ਇਹ ਕੌਣ ਹੈ, ਤੇ ਅਸੀਂ ਕਿਆ ਕਰਦੇ, ਮੇਰੀ ਭਾਈ ਦੀ ਤੀਵੀਂ ਦਾ ਜਾਇਆ, ਭਾਈ ਦੀ ਤੀਵੀਂ ਦਾ ਜਾਇਆ, ਭਾਈ ਤੋਂ ਭੱਬਾ ਲੈ ਲਿਆ, ਤੀਵੀਂ ਤੋਂ ਤੱਤਾ ਲੈ ਲਿਆ, ਤੱਤੇ ਨੂੰ ਬਿਹਾਰੀ, ਤੇ ਜਾਏ ਤੋਂ ਜੱਜੇ ਨੂੰ ਕੰਨਾ ਜਾ ਲੈ ਲਿਆ, ਭਾ ਤੀਜਾ। 3 ਸ਼ਬਦ ਨੇ, ਉਹਨਾਂ ਦਾ ਇੱਕ ਸ਼ਬਦ ਬਣਾਤਾ ਪਹਿਲਾ ਅੱਖਰ ਲੈ ਕੇ। ਇਸੇ ਤਰ੍ਹਾਂ ਕਾਲ ਤੋਂ ਕੱਕਾ ਲਿਆ ਗਿਆ, ਕਾਲ ਕਾ ਕਾਲ, ਕਾਲ ਕਾ ਕਾਲ, ਮਹਾਕਾਲ। ਹੁਣ ਮਹਾਕਾਲ ਕੌਣ ਹੈ? ਜਿਹੜਾ ਕਾਲ ਦਾ ਵੀ ਕਾਲ ਕਰ ਦਿੰਦਾ ਹੈ। ਆ ਸਮਾਂ ਨਾ, ਇਹਨੇ ਸਮੇਂ ਦਾ ਵੀ ਅੰਤ ਕਰ ਦੇਣਾ। ਦਿਨ ਚੜ੍ਹਦਾ, ਸੂਰਜ ਨਿਕਲ ਪੈਂਦਾ ਹੈ, ਰਾਤ ਪੈ ਜਾਂਦੀ, ਇਹਦੇ ਨਾਲ ਸਮਾਂ ਸਾਨੂੰ ਇਹ ਲੱਗਦਾ ਵੀ ਅੱਗੇ ਤੁਰਿਆ ਜਾਂਦਾ ਹੈ, ਉਹਨੇ ਇਹਦਾ ਵੀ ਅੰਤ ਕਰ ਦੇਣਾ। ਜਦੋਂ ਉਹ ਜਬ ਉਦਕਰਖ ਕਰਾ ਕਰਤਾਰਾ, ਜਦੋਂ ਉਹ ਪ੍ਰਮਾਤਮਾ ਦੀ ਮੌਜ ਹੁੰਦੀ ਹੈ ਪੈਦਾ ਕਰ ਦਿੰਦਾ ਹੈ, ਜਬ ਆਕਰਖ, ਤੇ ਜਦੋਂ ਉਹਦੀ ਮੌਜ ਹੁੰਦੀ ਹੈ ਸਾਰਿਆਂ ਨੂੰ ਲੈ ਕਰ ਦਿੰਦਾ, ਜਿਹਨੂੰ ਅਸੀਂ ਆਮ ਬੋਲੀ 'ਚ ਪਰਲੋ ਆਖ ਦਿੰਦੇ ਹਾਂ। ਜਦੋਂ ਪਰਲੋ ਹੋ ਗਈ ਤੇ ਫਿਰ ਸਮਾਂ ਹੈ ਹੀ ਨਹੀਂ, ਸਮੇਂ ਦਾ ਅੰਤ ਹੋ ਗਿਆ। ਜਦੋਂ ਕੋਈ ਹੋਏਗਾ ਹੀ ਨਹੀਂ ਤੇ ਫਿਰ ਨਾ ਸੂਰਜ ਹੋਏਗਾ, ਨਾ ਚੰਦ ਹੋਏਗਾ, ਨਾ ਤਾਰੇ ਹੋਣਗੇ। ਜਿਹੜੇ ਸਮਾਂ ਨੂੰ ਦਰਸਾਉਣ ਵਾਲੇ ਚਿੰਨ੍ਹ ਨੇ ਉਹਨਾਂ ਸਾਰਿਆਂ ਦਾ ਹੀ ਨਾਸ ਕਰ ਦੇਣਾ, ਤੇ ਫਿਰ ਸਮਾਂ ਕਿੱਥੋਂ ਹੋਏਗਾ। ਸੋ ਇਹ ਜਿਹੜਾ ਟਪਲਾ ਖਾ ਦਿੰਦੇ ਨੇ, ਇਹ ਉਹ ਖਾਂਦੇ ਨੇ। ਧੰਨ ਗੁਰਬਾਣੀ ਦੇ ਅੰਦਰ ਇੱਕ ਸ਼ਬਦ ਆਉਂਦਾ ਹੈ, ਮੈਨੂੰ ਵਿਸਰ ਗਿਆ ਤੇ ਮੈਨੂੰ ਬੜਾ ਪਿਆਰਾ ਲੱਗਿਆ। ਬਾਣੀ ਤਾਂ ਆਪਾਂ ਪੜ੍ਹਦੇ ਆ, ਪਰ ਕਈ ਵਾਰੀ ਜਦੋਂ ਅਸੀਂ ਬਾਣੀ ਪੜ੍ਹਦੇ ਆ ਨਾ, ਉਦੋਂ ਬਾਣੀ ਪੜ੍ਹਦੇ ਆ ਸਾਡਾ ਕਈ ਵਾਰੀ ਧਿਆਨ ਨਹੀਂ ਹੁੰਦਾ, ਤੇ ਜਦੋਂ ਕਈ ਵਾਰੀ ਧਿਆਨ ਹੁੰਦਾ ਨਾ, ਉਹ ਸ਼ਬਦ ਦੀ ਸਮਝ ਬੜੀ ਹੁੰਦੀ ਹੈ। ਤੇ ਉੱਥੇ ਸ਼ਬਦ ਆਏ ਗੁਰੂ ਜਿਨ੍ਹਾਂ ਕਾ ਚੰਗਾ, ਗੁਰੂ ਜਿਨ੍ਹਾਂ ਕਾ ਚੰਗਾ ਸ਼ਬਦ ਆਇਆ ਹੈ। ਤਾਂ ਉਹ ਸ਼ਬਦ ਮੈਂ ਅੰਗ ਵੀ ਵੈਸੇ ਧਿਆਨ 'ਚ ਕੀਤਾ ਸੀ ਵੀ ਸ਼ਬਦ ਇਹ ਆਪਾਂ ਇਹਨੂੰ ਨਾ ਕਿਤੇ ਸੰਗਤ ਦੀ ਵਿਚਾਰ ਦੇ ਵਿੱਚ ਇਸ ਤਰ੍ਹਾਂ ਕਥਾ ਕਰਦੇ ਆ, ਜ਼ਰੂਰ ਆਖਾਂਗੇ ਵੀ ਜਿਨ੍ਹਾਂ ਨੂੰ ਚੰਗਾ ਗੁਰੂ ਮਿਲ ਜਾਂਦਾ। ਹੁਣ ਜਿਨ੍ਹਾਂ ਨੂੰ ਚੰਗਾ ਉਸਤਾਦ ਮਿਲ ਗਏ, ਜਿਵੇਂ ਸਾਡੇ ਤੇ ਸਾਡੇ ਵਿਦਿਆ ਦਾ ਤੇ ਸੰਤ ਬਾਬਾ ਅਮਰ ਸਿੰਘ ਕੀਰਤੀ ਜੀ ਨੇ ਕਿਰਪਾ ਕੀਤੀ ਹੈ, ਤੇ ਸੰਤ ਬਾਬਾ ਅਮਰ ਸਿੰਘ ਕੀਰਤੀ ਦੇ ਉੱਤੇ ਕਿਰਪਾ ਹੋਈ ਸੰਤ ਬਾਬਾ ਗੁਰਬਚਨ ਸਿੰਘ ਦੀ। ਹੁਣ ਉਹਨਾਂ ਨੇ ਚੰਡ ਕੇ ਤੋਰਿਆ, ਤੇ ਸਾਨੂੰ ਸਾਡੇ ਵਿਦਿਆ ਦਾਤੇ ਨੇ ਚੰਡ ਕੇ ਤੋਰਿਆ। ਗੱਲ ਤਾਂ ਨਹੀਂ ਦੱਸਣ ਵਾਲੀ, ਪਰ ਆਪ ਸੰਗਤਾਂ ਨੂੰ ਸਮਝਾਉਣ ਦੇ ਲਈ ਨਾ ਦੱਸਣੀ ਪਏਗੀ। ਇੱਕ ਵਾਰੀ ਮੈਂ 2 ਘੰਟੇ ਧੁੱਪ ਦੇ ਵਿੱਚ ਜੇਠ ਹਾੜ ਦੇ ਦਿਨਾਂ ਦੇ ਵਿੱਚ ਖੜਾ ਰਿਹਾ ਸੀ। ਮਹਾਂਪੁਰਸ਼ਾਂ ਦੇ ਕਹਿਣ ਤੇ ਉਹਨਾਂ ਨੇ ਕਿਹਾ ਇੱਥੇ ਖੜ ਜਾ। ਗਲਤੀ ਮਾਮੂਲੀ ਜੀ ਸੀ, ਪਰ 2 ਘੰਟੇ ਦੀ ਸਜ਼ਾ। ਤੇ ਅੱਜ ਜੇ ਕਿਸੇ ਨੂੰ ਆਖਦੇ ਨਾ 10 ਮਿੰਟ ਇੱਥੇ ਖੜ ਜਾ, ਜਾਂ ਤੂੰ 10 ਮਿੰਟ ਇੱਥੇ ਵੇਟ ਕਰ, ਤੇ ਅਗਲਾ ਕਹਿੰਦਾ ਮੇਰੇ ਤੋਂ ਨਹੀਂ ਹੁੰਦੀ। ਇਸ ਤਰ੍ਹਾਂ ਦੇ ਵਿਦਿਆਰਥੀ ਹੋ ਗਏ ਨੇ। ਤੇ ਫਿਰ ਪੜਾਉਣ ਵਾਲਾ ਵੀ ਅਗਲਾ ਕਹਿੰਦਾ ਆਪਾਂ ਕੀ ਲੈਣਾ ਹੈ, ਤੁਰਿਆ ਫਿਰ। ਸੋ ਇਸ ਤਰ੍ਹਾਂ ਨਾ, ਜਿਹੜਾ ਜਿਨ੍ਹਾਂ ਨੂੰ ਚੰਗਾ ਗੁਰੂ ਮਿਲ ਗਿਆ ਨਾ, ਉਹ ਤਾਂ ਟਪਲਾ ਨਹੀਂ ਖਾਂਦੇ। ਤੇ ਜਿਨ੍ਹਾਂ ਨੂੰ ਵਿਦਿਆ ਦਾਤਾ ਹੀ ਨਹੀਂ ਮਿਲਿਆ, ਜਿਨ੍ਹਾਂ ਨੂੰ ਗੁਰੂ ਨਹੀਂ ਮਿਲਿਆ, ਤੇ ਉਹ ਤਾਂ ਭਾਈ ਫਿਰ ਇਸ ਤਰ੍ਹਾਂ ਹੀ ਕਹਿਣਗੇ ਨਾ। ਹੁਣ ਗੁਰੂ ਮਹਾਰਾਜ ਜੀ ਕਹਿੰਦੇ ਨੇ ਮਹਾਕਾਲ, ਵੱਡਾ ਕਾਲ। ਹੁਣ ਵੱਡਾ ਕਾਲ ਕੌਣ ਹੈ? ਕਾਲ ਕਾ, ਜਿਹੜਾ ਉਹ ਕਾਲ ਨੂੰ ਵੀ ਖਤਮ ਕਰ ਦਿੰਦਾ ਹੈ। ਅਰਾਧੀ, ਅਸੀਂ ਉਹਦੀ ਆਰਾਧਨਾ ਕੀਤੀ ਹੈ ਜੀ। ਹਾਂਜੀ ਬਾਬਾ ਜੀ, ਇਹ ਬਿਦ ਕਰਤ ਤਪੱਸਿਆ ਭਇਓ। ਇਸ ਤਰ੍ਹਾਂ ਜਦੋਂ ਅਸੀਂ ਬੜੀ ਤਪੱਸਿਆ ਕਰਦੇ ਰਹੇ ਹਾਂ, ਤੇ ਏਕ ਰੂਪ ਹੋ ਗਇਓ, ਤੇ ਫਿਰ ਸਾਡੇ 'ਚ ਫਰਕ ਨਹੀਂ ਰਿਹਾ, ਇੱਕੋ ਰੂਪ ਹੋ ਗਿਆ। ਧੰਨ ਗੁਰੂ 10ਵੇਂ ਪਾਤਸ਼ਾਹ ਦਾ
ਤੇ ਧੰਨ ਗੁਰੂ ਨਾਨਕ ਦੇਵ ਜੀ ਦਾ ਇੱਕੋ ਰੂਪ ਹੋ ਗਿਆ, ਇੱਕ ਜੋਤ ਹੋ ਗਈ ਹੈ ਜੀ। ਤਾਤ ਮਾਤ ਮਰ ਅਲਖ ਅਰਾਧਾ। ਤਾਤ ਕਹਿੰਦੇ ਨੇ ਪਿਤਾ ਨੂੰ ਤੇ ਮਾਤ ਕਹਿੰਦੇ ਨੇ ਮਾਤਾ ਨੂੰ। ਮੁਰ ਮੇਰੇ, ਮੁਰ ਦਾ ਅਰਥ ਹੈ ਮੇਰੇ, ਮੇਰੇ ਮਾਤਾ ਤੇ ਪਿਤਾ। ਹੁਣ ਮਾਤਾ ਪਿਤਾ ਕੌਣ ਸੀ? ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ। ਅਰਾਧਾ ਅਲਖ, ਅਲਖ ਕੌਣ ਹੈ? ਕਾਲ ਕਾ ਕਾਲ। ਉਸ ਅਕਾਲ ਪੁਰਖ ਵਾਹਿਗੁਰੂ ਦੀ ਨਾਲ ਜਿੰਦੇ ਨਾਲ ਅਸੀਂ ਇੱਕ ਰੂਪ ਹੋ ਗਏ ਸੀ, ਉਸ ਦੀ ਆਰਾਧਨਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਤੇ ਮਾਤਾ ਗੁਜਰ ਕੌਰ ਨੇ ਕੀਤੀ ਹੈ ਜੀ। ਬਹੁਤ ਯੋਗ ਸਾਧਨਾ ਸਾਧਾ। ਬੜੇ ਯੋਗ ਸਾਧਨਾ ਦੇ ਨਾਲ ਉਹਨਾਂ ਨੇ ਉਸ ਪ੍ਰਮਾਤਮਾ ਵਾਹਿਗੁਰੂ ਨੂੰ ਸਾਧਨਾ ਕੀਤਾ ਹੈ। ਤਿਨ ਜੋ ਕਰੀ ਅਲਖ ਕੀ ਸੇਵਾ। ਉਹਨਾਂ ਨੇ ਜਿਹੜੀ ਉਸ ਅਕਾਲ ਪੁਰਖ ਵਾਹਿਗੁਰੂ ਦੀ ਮਾਤਾ ਗੁਜਰ ਕੌਰ ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸੇਵਾ ਕਰਨੀ ਕੀਤੀ ਹੈ। ਤਾਤੇ ਭਏ ਪ੍ਰਸੰਨ ਗੁਰਦੇਵਾ। ਉਸ ਤੋਂ ਨਾ ਉਹ ਅਕਾਲ ਪੁਰਖ ਵਾਹਿਗੁਰੂ ਖੁਸ਼ ਹੋ ਗਏ ਹਨ। ਤਿਨ ਪ੍ਰਭ ਜਬ ਆਇ ਸਮਹਿ ਦੀਆ। ਤੇ ਫਿਰ ਉਸ ਪ੍ਰਭੂ ਪਰਮਾਤਮਾ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਹੁਕਮ ਕੀਤਾ ਹੈ। ਇੱਕ ਵਾਰੀ ਮੈਂ ਫਿਰ ਨਾ ਥੋੜੀ ਜਿਹੀ ਮਿਹਨਤ ਕਰਦੇ ਆ। ਗੁਰੂ ਮਹਾਰਾਜ ਜੀ ਕਹਿੰਦੇ ਨੇ ਅਸੀਂ ਇੱਕ ਰੂਪ ਹੋ ਗਏ ਆ ਉਸ ਪਰਮਾਤਮਾ ਦੇ ਵਿੱਚ, ਤੇ ਸਾਡੇ ਵਿੱਚ ਭੇਦ ਕੋਈ ਨਹੀਂ ਰਿਹਾ। ਗੁਰੂ ਨਾਨਕ ਦੇਵ ਜੀ ਜੋਤ ਹੈ ਜਿਹੜੀ ਉਹ ਸਾਡੇ ਅੰਦਰ ਜਾਗ ਪਈ ਏ। ਤੇ ਫਿਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਤੇ ਮਾਤਾ ਗੁਜਰ ਕੌਰ ਜੀ ਨੇ ਨਾ ਉਸ ਅਕਾਲ ਪੁਰਖ ਵਾਹਿਗੁਰੂ ਜਿੰਦੇ ਨਾਲ ਅਸੀਂ ਇੱਕ ਹੋ ਗਏ ਆ, ਉਸ ਦੀ ਆਰਾਧਨਾ ਕਰਨੀ ਕੀਤੀ ਏ। ਤਿੰਨ ਜੋ ਕਰੀ ਅਲਖ ਕੀ ਸੇਵਾ। ਉਹਨਾਂ ਨੇ ਜਿਹੜੀ ਉਸ ਪ੍ਰਭੂ ਪਰਮਾਤਮਾ ਦੀ ਸੇਵਾ ਕੀਤੀ, ਆਰਾਧਨਾ ਕੀਤੀ ਹੈ, ਤੇ ਪ੍ਰਭੂ ਪਰਮਾਤਮਾ ਤੋਂ ਫਿਰ ਵਰ ਜਿਹੜਾ ਹੈ ਨਾ ਉਹ ਕੀ ਮੰਗਿਆ, ਇਹ ਅੱਗੇ ਆਏਗਾ ਜੀ। ਤਬ ਹਮ ਜਨਮ ਕਲੂ ਮਹਿ ਲੀਆ। ਤਾਤੇ ਭੈ ਪ੍ਰਸੰਨ ਗੁਰਦੇਵਾ। ਵਾਹਿਗੁਰੂ ਖੁਸ਼ ਹੋ ਗਏ ਨੇ। ਤਿੰਨ ਪ੍ਰਭ ਜਬ ਆਇਸ ਮੋਹਿ ਦੀਨਾ। ਉਹਨਾਂ ਨੇ ਫਿਰ ਵਰਦਾਨ ਜਿਹੜਾ ਮੰਗਿਆ ਨਾ ਉਹ ਇਹ ਮੰਗਿਆ ਵੀ ਸਾਨੂੰ ਨਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇਹ ਪੁੱਤਰ ਦੇ ਰੂਪ ਦੇ ਵਿੱਚ ਚਾਹੀਦੇ ਨੇ, ਇਹ ਵਰ ਮੰਗਿਆ। ਤਿੰਨ ਪ੍ਰਭ ਜਬ ਆਇਸ ਮੋਹਿ ਦੀਆ। ਤੇ ਫਿਰ ਉਸ ਪ੍ਰਭੂ ਪਰਮਾਤਮਾ ਨੇ ਨਾ ਸਾਨੂੰ ਇਹ ਹੁਕਮ ਕੀਤਾ ਹੈ ਵੀ ਤੁਸੀਂ ਤਬ ਹਮ ਜਨਮ ਕਲੂ ਮਹਿ ਲਿਆ। ਫਿਰ ਇਹ ਜਿਹੜਾ ਕਲਯੁਗ ਹੈ ਨਾ ਇਹਦੇ ਵਿੱਚ ਅਸੀਂ ਫਿਰ ਅਵਤਾਰ ਧਾਰਨ ਕਰਕੇ ਆਏ ਹਾਂ ਜੀ। ਚਿਤਨਾ ਭਇਓ ਹਮਰੋ ਆਪਨ ਕਹਿ। ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ ਵੀ ਇੱਕ ਵਾਰੀ ਤਾਂ ਸਾਡਾ ਜਿਹੜਾ ਮਨ ਸੀ ਨਾ ਉਹ ਆਉਣ ਨੂੰ ਨਹੀਂ ਕੀਤਾ ਹੈ ਜੀ। ਚੁਬੀ ਰਹੀ ਸੁਰਤ ਪ੍ਰਭ ਚਰਨਨ ਕਹਿ। ਕਿਉਂਕਿ ਸਾਡੀ ਜਿਹੜੀ ਸੁਰਤ ਸੀ ਨਾ ਉਹ ਪ੍ਰਭੂ ਪਰਮਾਤਮਾ ਦੇ ਵਿੱਚ ਅਭੇਦ ਹੋ ਗਈ ਸੀ, ਉਸ ਆਨੰਦ ਦੇ ਵਿੱਚ, ਨਿਜਾ ਆਨੰਦ ਦੇ ਵਿੱਚ ਸਮਾਈ ਹੋਈ ਸੀ। ਜਿਉ ਤੋ ਪ੍ਰਭ ਹਮਕੋ ਸਮਝਾਇਓ। ਤੇ ਫਿਰ ਜਿਵੇਂ ਇੱਕ ਪਿਓ ਆਪਣੇ ਪੁੱਤਰ ਨੂੰ ਸਮਝਾਉਂਦਾ ਵੀ ਇਹ ਤੇਰੇ ਕਰਨ ਯੋਗ ਹੈ, ਤੈਨੂੰ ਕਰਨਾ ਪੈਣਾ, ਤੈਨੂੰ ਕਰ ਲੈਣਾ ਚਾਹੀਦਾ ਹੈ, ਉਸੇ ਤਰ੍ਹਾਂ ਉਸ ਅਕਾਲ ਪੁਰਖ ਵਾਹਿਗੁਰੂ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਸਮਝਾਉਣਾ ਕੀਤਾ ਹੈ ਜੀ। ਇਮ ਕਹਿ ਕੇ ਇਹ ਲੋਕ ਪਠਾਇਓ। ਇਸ ਤਰ੍ਹਾਂ ਕਹਿ ਕੇ ਨਾ ਫਿਰ ਸਾਨੂੰ ਇਸ ਦੁਨੀਆ ਦੇ ਅੰਦਰ ਉਸ ਅਕਾਲ ਪੁਰਖ ਵਾਹਿਗੁਰੂ ਨੇ ਭੇਜਣਾ ਕੀਤਾ। ਧੰਨ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ ਬਈ ਸਾਡਾ ਆਉਣ ਨੂੰ ਜੀ ਨਹੀਂ ਕੀਤਾ। ਉਸ ਪ੍ਰਭੂ ਪਰਮਾਤਮਾ ਦੇ ਚਰਨਾਂ ਵਿੱਚ ਪ੍ਰੀਤ ਲੱਗੀ ਰਹੀ ਤੇ ਉਸ ਪ੍ਰਭੂ ਪਰਮਾਤਮਾ ਨੇ ਫਿਰ ਸਾਨੂੰ ਸਮਝਾਉਣਾ ਕੀਤਾ, ਸਮਝਾ ਕੇ ਇਸ ਦੁਨੀਆ ਦੇ ਅੰਦਰ ਭੇਜਿਆ ਹੈ ਜੀ। ਚਾਉ ਪਈ ਮੈਂ ਆਪਣਾ ਸੁਤ ਤੋਹਿ ਨਿਵਾਜਾ। ਤੇ ਸਮਝਾਇਆ ਕੀ ਇਹ ਸਮਝਾਇਆ ਵੀ ਅੱਜ ਤੋਂ ਸਾਡਾ ਪੁੱਤਰ ਹੈ ਤੂੰ, ਅੱਜ ਤੋਂ ਸਾਡਾ ਪੁੱਤਰ ਤੂੰ ਹੈ, ਅਸੀਂ ਤੈਨੂੰ ਆਪਣਾ ਪੁੱਤਰ ਨਵਾਜ ਲਿਆ ਹੈ ਜੀ। ਪੰਥ ਪ੍ਰਚੁਰ ਕਰਕੇ ਤਪ ਸਾਜਾ। ਤੇ ਤੁਸੀਂ ਨਾ ਇਹ ਜਿਹੜਾ ਗੁਰੂ ਨਾਨਕ ਦੇਵ ਜੀ ਦਾ ਪੰਥ ਹੈ ਨਾ ਇਹਨੂੰ ਪ੍ਰਗਟ ਕਰਨਾ ਹੈ ਜੀ। ਜਾਹੇ ਤਹਾਂ ਤੇ ਧਰਮ ਚਲਾਏ। ਤੇ ਜਾ ਕੇ ਨਾ ਤੁਸੀਂ ਇਹ ਖਾਲਸਾ ਪੰਥ ਜਿਹੜਾ ਦੀ ਸਾਜਨਾ ਕਰਕੇ ਇਹ ਧਰਮ ਚਲਾਉਣਾ ਕਰਨਾ ਹੈ ਜੀ। ਸਭ ਕਰਨ ਤੇ ਲੋਕ ਹਟਾਏ। ਤੇ ਇਹ ਜਿਹੜੇ ਲੋਕਾਂ ਦੀ ਕੁਬੁੱਧ ਹੁੰਦਾ ਮਾੜੇ ਕੰਮ ਕਰਨੇ, ਹੋਰ ਧਰਮਾਂ ਦੇ ਵਿੱਚ ਜਿਹੜੀ ਕੁਬੁੱਧੀ ਵਾਲੇ ਲੋਕੀ ਕੰਮ ਕਰਦੇ ਨੇ ਨਾ, ਜਿਵੇਂ ਕੋਈ ਕਾਲਕਾ ਦੇ ਮੰਦਿਰ ਤੇ ਜਾ ਕੇ ਬਲੀ ਦਿੰਦਾ ਹੈ, ਇਸ ਤਰ੍ਹਾਂ ਹੋਰ ਵੀ ਬੜੀਆਂ ਕੁਰੀਤੀਆਂ ਨੇ। ਸਮਾਂ ਥੋੜਾ ਇਜਾਜ਼ਤ ਨਹੀਂ ਦੇ ਰਿਹਾ, ਅੱਗੇ ਜ਼ਿਆਦਾ ਹੋ ਗਿਆ। ਹੁਣ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ ਵੀ ਸਾਨੂੰ ਆਖਿਆ ਵੀ ਇਹ ਲੋਕਾਂ ਨੂੰ ਨਾ ਸਿੱਧੇ ਰਸਤੇ ਤੇ ਲਾਉਣਾ ਹੈ ਜੀ। ਕਬ ਬਾਚ ਦੋਹਰਾ ਠਾਠ ਭਇਓ ਨਾ ਜੋੜ ਕਰ। ਇਹ ਹੁਣ ਗੁਰੂ ਮਹਾਰਾਜ ਜੀ ਨਾ ਆਪ ਦੇ ਵੱਲੋਂ ਕਵੀ ਦੇ ਰੂਪ ਦੇ ਵਿੱਚ ਅੱਗੇ ਲਿਖਦੇ ਨੇ, ਠਾੜ ਭਇਓ ਮੈਂ ਜੋਰ ਕਰ। ਅਸੀਂ ਨਾ ਦੋਵੇਂ ਹੱਥ ਜੋੜ ਕੇ ਫਿਰ ਖੜੇ ਹੋ ਗਏ ਵੀ ਸਤ ਬਚਨ ਹੈ ਜੀ। ਬਚਨ ਕਹਾ ਸਿਰ ਨਿਆਏ। ਤੇ ਵਚਨ ਜਿਹੜਾ ਸੀ ਨਾ ਉਹਦੇ ਅੱਗੇ ਅਸੀਂ ਆਪਣਾ ਸਿਰ ਝੁਕਾਉਣਾ ਕੀਤਾ। ਭਾਈ ਉਸ ਅਕਾਲ ਪੁਰਖ ਵਾਹਿਗੁਰੂ ਦੇ ਵਚਨ ਨੂੰ ਸਤ ਕਰਕੇ ਮੰਨ ਲਿਆ ਹੈ ਜੀ। ਪੰਥ ਚੱਲੇ ਤਬ ਜਗਤ ਮੈਂ। ਤੇ ਨਾਲ ਇਹ ਬੇਨਤੀ ਕਰ ਦਿੱਤੀ ਵੀ ਜਿਹੜਾ ਇਹ ਪੰਥ ਹੈ ਨਾ ਗੁਰੂ ਨਾਨਕ ਦੇਵ ਜੀ ਦਾ, ਇਹ ਜਗਤ ਦੇ ਵਿੱਚ ਫਿਰ ਚੱਲੇਗਾ ਜਬ ਤੁਮ ਕਰੋ ਸਹਾਏ। ਜੇ ਤੁਸੀਂ ਸਾਡੇ ਮਦਦਗਾਰ ਹੋਵੋਗੇ। ਇਤਨੀ ਹਲੀਮੀ
ਵੀ ਜੇ ਤੁਸੀਂ ਸਾਡੇ ਮਦਦਗਾਰ ਹੋਵੋਗੇ ਨਾ, ਆਪ ਸਹਾਇਤਾ ਕਰੋਗੇ ਤੇ ਫਿਰ ਪੰਥ ਚੱਲਣਾ ਹੋਏਗਾ ਜੀ। ਚਉਪਈ ਇਹ ਕਾਰਨ ਪ੍ਰਭੂ ਮੋਹਿ ਪਠਾਇਓ। ਇਸ ਕਾਰਨ ਦੇ ਨਾਲ ਉਸ ਪ੍ਰਭੂ ਪਰਮਾਤਮਾ ਨੇ ਧੰਨ ਗੁਰੂ 10ਵੇਂ ਪਾਤਸ਼ਾਹ ਨੂੰ, ਜਿਨ੍ਹਾਂ ਦਾ ਅੱਜ ਅਸੀਂ ਅਵਤਾਰ ਪੁਰਬ ਮਨਾ ਰਹੇ ਹਾਂ, ਉਹਨਾਂ ਨੂੰ ਭੇਜਿਆ ਹੈ। ਤਬ ਮੈਂ ਜਗਤ ਜਨਮ ਧਰ ਆਇਓ। ਫਿਰ ਅਸੀਂ ਸੰਸਾਰ ਦੇ ਅੰਦਰ ਅਵਤਾਰ ਧਾਰਨ ਕੀਤਾ ਹੈ। ਜਿਮ ਤਿਨ ਕਹੀ ਮੈਂ ਤਮ ਕਹਿਓ। ਹੁਣ ਗੁਰੂ ਜੀ ਕਹਿੰਦੇ ਨੇ ਜਿਵੇਂ ਉਸ ਪਰਮਾਤਮਾ ਨੇ ਸਾਨੂੰ ਆਖਿਆ ਸੀ ਨਾ, ਅਸੀਂ ਉਵੇਂ ਹੀ ਇੱਥੇ ਦਰਜ ਕਰ ਦਿੱਤਾ ਹੈ ਜੀ। ਔਰ ਕਿਸੂ ਤੇ ਵੈਰ ਨ ਕਹਿਓ। ਤੇ ਅਸੀਂ, ਸਾਡਾ ਕਿਸੇ ਦੇ ਨਾਲ ਕੋਈ ਵੈਰ ਨਹੀਂ। ਜਿਵੇਂ ਉਸ ਪਰਮਾਤਮਾ ਨੇ ਸਾਨੂੰ ਕਿਹਾ ਸੀ ਉਵੇਂ ਹੀ ਅਸੀਂ ਸੰਗਤ ਨੂੰ ਕਹਿ ਦਿੱਤਾ, ਉਵੇਂ ਹੀ ਅਸੀਂ ਪੰਥ ਧਰਮ ਚਲਾਉਣਾ ਕਰ ਦਿੱਤਾ। ਸਾਡਾ ਕਿਸੇ ਦੇ ਨਾਲ ਵੈਰ ਭਾਵ ਨਹੀਂ। ਅਸੀਂ ਕਿਸੇ ਨੂੰ ਮਾਰਨਾ ਜਾਂ ਬਚਾਉਣਾ ਇਸ ਤਰ੍ਹਾਂ ਕਰਨੀ ਆਏ ਸੀ, ਤਾਂ ਉਸ ਪਰਮਾਤਮਾ ਦੇ ਹੁਕਮ ਦੇ ਨਾਲ ਜਿਵੇਂ ਉਹਦਾ ਹੁਕਮ ਸੀ ਉਵੇਂ ਕੀਤਾ ਹੈ ਜੀ। ਜੇ ਹਮਕੋ ਪਰਮੇਸ਼ਰ ਪੁੱਛ ਰਹਿ। ਹੁਣ ਗੁਰੂ ਜੀ ਇੱਥੇ ਆਪਾਂ ਨੂੰ ਇੱਕ ਵਾਰਨਿੰਗ ਦਿੰਦੇ ਨੇ ਵੀ ਸਾਨੂੰ ਰੱਬ ਨਹੀਂ ਆਖਣਾ ਕਿਸੇ ਨੇ। ਅਸੀਂ ਰੱਬ ਨਹੀਂ ਹੈਗੇ, ਰੱਬ ਉਹ ਅਕਾਲ ਪੁਰਖ ਵਾਹਿਗੁਰੂ ਹੈ। ਜੇ ਹਮਕੋ ਪਰਮੇਸ਼ਰ ਉਚਰੇ, ਜੇ ਕੋਈ ਸਾਨੂੰ ਪਰਮਾਤਮਾ ਆਖਣਾ ਕਰੇ ਜੀ, ਇਹ ਸਭ ਨਰਕ ਕੁੰਡ ਮਹਿ ਪਰ ਹੈ। ਤੇ ਉਹਦਾ ਇਹ ਗੁਨਾਹ ਜਿਹੜਾ ਹੈ ਨਾ, ਇਹਦੀ ਸਜ਼ਾ ਇਹ ਹੋਏਗੀ ਕਿ ਉਹ ਨਰਕਾਂ ਨੂੰ ਜਾਏਗਾ। ਧੰਨ ਗੁਰੂ ਮਹਾਰਾਜ ਜੀ ਕਹਿੰਦੇ ਨੇ ਅਸੀਂ ਉਸ ਪਰਮਾਤਮਾ ਦੇ ਪੁੱਤਰ ਆ ਤੇ ਉਹਨਾਂ ਦੇ ਹੁਕਮ ਦੇ ਅਨੁਸਾਰ ਆਏ ਆ। ਉਹਨਾਂ ਨੇ ਕਿਹਾ ਸੀ ਪੰਥ ਚਲਾ ਤੇ ਅਸੀਂ ਚਲਾ ਚੱਲੇ ਆ, ਤੇ ਜਿਵੇਂ ਉਹਨਾਂ ਨੇ ਆਖਿਆ ਸੀ ਦਰਜ ਕਰ ਦਿੱਤਾ, ਸਾਰਿਆਂ ਨੂੰ ਦੱਸ ਦਿੱਤਾ ਹੈ। ਹੁਣ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ ਵੀ ਇਹ ਸਾਡਾ ਕਿਸੇ ਨਾਲ ਵੈਰ ਭਾਵ ਨਹੀਂ। ਇਹ ਚੇਤਾਵਨੀ ਦਿੱਤੀ ਹੈ ਗੁਰਸਿੱਖਾਂ ਨੂੰ ਵੀ ਸਾਨੂੰ ਕਿਸੇ ਨੇ ਰੱਬ ਦਾ ਰੂਪ ਪਰਮੇਸ਼ਰ ਆਖ ਕੇ ਨਹੀਂ ਯਾਦ ਕਰਨਾ। ਸੋ ਜਿਹੜਾ ਇਸ ਤਰ੍ਹਾਂ ਸਾਡੇ ਵਚਨ ਨਹੀਂ ਮੰਨੇਗਾ, ਉਹਨੂੰ ਇਸ ਗੁਨਾਹ ਦੀ ਸਜ਼ਾ ਜਿਹੜੀ ਉਹ ਨਰਕਾਂ ਮਿਲੇਗੀ। ਮੋਕੋ ਦਾਸ ਤਬਨ ਕਾ ਜਾਨੋ। ਸਾਨੂੰ ਨਾ ਉਸ ਪ੍ਰਭੂ ਪਰਮਾਤਮਾ ਦਾ ਦਾਸ ਕਰਕੇ ਜਾਣਨਾ ਕਰੋ ਜੀ। ਜਾਂ ਮੈਂ ਭੇਦ ਨਾ ਰੰਜ ਪਛਾਨੋ। ਪਰ ਉਹਦੇ ਵਿੱਚ ਤੇ ਸਾਡੇ ਵਿੱਚ ਭੇਦ ਨਹੀਂ ਹੈਗਾ। ਉਸ ਪ੍ਰਭੂ ਪਰਮਾਤਮਾ ਦੇ ਵਿੱਚ ਤੇ ਸਾਡੇ ਵਿੱਚ ਜਿਹੜਾ ਭੇਦ ਤੇ ਉਹ ਬਿਲਕੁਲ ਨਹੀਂ ਹੈ ਜੀ। ਮੈਂ ਹਾਂ ਪਰਮ ਪੁਰਖ ਕੋ ਦਾਸਾ। ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਸੇਵਾਦਾਰ ਹਾਂ ਜੀ। ਦੇਖਣ ਆਇਓ ਜਗਤ ਤਮਾਸ਼ਾ। ਤੇ ਅਸੀਂ ਤਾਂ ਸੰਸਾਰ ਦਾ ਜਿਹੜਾ ਤਮਾਸ਼ਾ ਹੈ ਨਾ, ਉਹ ਵੇਖਣ ਵਾਸਤੇ ਆਏ ਹਾਂ। ਪ੍ਰਭ ਜਗਤ ਕਹਾ ਸੋ ਕਹਿਓ। ਤੇ ਜਿਹੜਾ ਉਸ ਪਰਮਾਤਮਾ ਨੇ ਸਾਨੂੰ ਮਰਿਆਦਾ ਬੰਨਣ ਵਾਸਤੇ ਆਖੀ, ਉਹ ਅਸੀਂ ਦੁਨੀਆ ਨੂੰ ਦੱਸ ਚੱਲੇ ਹਾਂ। ਮ੍ਰਿਤ ਲੋਕ ਤੇ ਮੋਨ ਨਾ ਰਹਿਓ। ਇਹ ਦੁਨੀਆ ਨੂੰ ਮ੍ਰਿਤ ਲੋਕ ਆਖਿਆ ਜਾਂਦਾ। ਇੱਥੇ ਅਸੀਂ ਆਏ ਹਾਂ ਪਰ ਚੁੱਪ ਕਰਕੇ ਨਹੀਂ ਰਹੇ। ਅਸੀਂ ਭਾਵ ਇਹ ਜੋ ਦੱਸਿਆ ਹੈ ਨਾ, ਗੁਰੂ ਜੀ ਨੇ ਕਿਹਾ ਵੀ ਅਸੀਂ ਦੱਸ ਦਿੱਤਾ ਹੈ, ਅਸੀਂ ਇਸ ਗੱਲ ਨੂੰ ਲੁਕਾ ਕੇ ਨਹੀਂ ਰੱਖਿਆ ਹੈ ਜੀ। ਰਾਜ ਛੰਦ ਕਹਿਓ ਪ੍ਰਭੂ ਸੋ ਭਾਖ ਹੋ। ਜਿਵੇਂ ਉਸ ਪਰਮਾਤਮਾ ਨੇ ਕਿਹਾ ਉਵੇਂ ਅਸੀਂ ਦੱਸ ਰਹੇ ਹਾਂ ਜੀ। ਸੋਨਾ ਕਾਨ ਰਾਖੋ। ਅਸੀਂ ਕਿਸੇ ਤੋਂ ਡਰਦੇ ਵੀ ਨਹੀਂ ਹਾਂ। ਸੋਨਾ ਭੇਖ ਭੀਜੋ। ਅਸੀਂ ਕਿਸੇ ਹੋਰ ਦੇ ਭੇਖ ਦੇ ਵਿੱਚ ਭੇਜਦੇ ਵੀ ਨਹੀਂ। ਹੁਣ ਜੇ ਕੋਈ ਆਖੇ ਨਾ ਵੀ ਮੈਂ ਗੁਰੂ 10ਵੇਂ ਪਾਤਸ਼ਾਹ ਨੂੰ ਖੁਸ਼ ਕਰ ਲਵਾਂ ਤੇ ਅੰਮ੍ਰਿਤ ਨਾ ਛਕਾਂ, ਕਿਸੇ ਹੋਰ ਭੇਖ ਨੂੰ ਸਾਧ ਬਣ ਜਾ, ਸਾਧ ਬਣ ਕੇ ਬਾਣੀ ਪੜ੍ਹਾਂ ਤੇ ਮੈਂ ਖੁਸ਼ ਹੋਵਾਂ, ਤੇ ਗੁਰੂ ਮਹਾਰਾਜ ਜੀ ਕਹਿੰਦੇ ਅਸੀਂ ਹੋਰ ਕਿਸੇ ਭੇਖ ਦੇ ਵਿੱਚ ਖੁਸ਼ ਹੀ ਨਹੀਂ ਹੁੰਦੇ, ਸਿਰਫ ਖਾਲਸਾ ਭੇਖ ਦੇ ਵਿੱਚ ਖੁਸ਼ ਹੋਵਾਂਗੇ। ਕਿਸੂ ਨਾ ਭੇਖ ਪੀਜ ਹੋ। ਕਿਸੇ ਭੇਖ ਧਾਰੀ ਦੇ ਨਾਲ ਅਸੀਂ ਆਪਣਾ ਮਨ ਜਿਹੜਾ ਉਹ ਨਹੀਂ ਮਿਲਾਉਣਾ। ਇੱਥੇ ਇਹ ਵੀ ਸਮਝ ਲੈਣਾ ਕਿ ਕੋਈ ਸਿੱਖ ਹੈ ਤੇ ਹੈਗਾ ਉਹ ਭੇਖ ਧਾਰੀ, ਇਕੱਲਾ ਸਿੱਖੀ ਦਾ ਭੇਖ ਧਾਰਨ ਕੀਤਾ ਪਰ ਗੁਰੂ ਨਾਲ ਪਿਆਰ ਨਹੀਂ, ਉਹਦੇ ਤੇ ਵੀ ਨਹੀਂ ਭੇਜਦੇ ਹਨ। ਅਲੇਖ ਬੀਜ ਬੀਜ ਹੋ। ਤੇ ਬੀਜ ਜਿਹੜਾ ਬੀਜਣਾ ਨਾ, ਗੁਰਸਿੱਖ ਨੇ ਅਲੇਖ ਵਾਹਿਗੁਰੂ ਦਾ ਬੀਜਣਾ। ਅਲੇਖ ਦਾ ਅਰਥ ਵਾਹਿਗੁਰੂ ਹੈ। ਉਹ ਪਰਮਾਤਮਾ ਜੋ ਲੇਖੇ ਕਰਦਾ ਨਾ ਸਾਡੇ, ਤੇ ਆਪ ਅਲੇਖੇ ਲੇਖੇ ਤੋਂ ਰਹਿ ਤੇ ਵਾਹਿਗੁਰੂ, ਉਸ ਦੇ ਨਾਮ ਨੂੰ ਬੀਜਣਾ ਹੈ ਜੀ। ਹਮ ਇਹ ਕਾਜ ਜਗਤ ਮੋ ਆਏ। ਇਹ ਕੰਮ ਸੀ ਸਾਡਾ ਦੁਨੀਆ ਦੇ ਅੰਦਰ ਆਉਣ ਦਾ। ਮਹੇਤ ਗੁਰਦੇਵ ਪਠਾਏ। ਉਸ ਵਾਹਿਗੁਰੂ ਨੇ ਧਰਮ ਚਲਾਉਣ ਦੇ ਲਈ ਸਾਨੂੰ ਭੇਜਿਆ ਹੈ। ਜਹਾਂ ਤਹਾਂ ਤੁਮ ਧਰਮ ਬਿਥਾਰੋ। ਬਈ ਇਹ ਸਿੱਖੀ ਧਰਮ ਹੈ ਨਾ ਜਿਹੜਾ, ਇਹਨੂੰ ਹਰ ਥਾਂ ਤੇ ਪ੍ਰਗਟ ਕਰਨਾ ਹੈ। ਦੁਸ਼ਟ ਦੋਖਿਆਂ ਨ ਬਕਰ ਪਛਾਰੋ। ਤੇ ਜਿਹੜੇ ਦੁਸ਼ਟ ਨੇ, ਦੁੱਖ ਦੇਣ ਵਾਲੇ ਨੇ, ਉਹਨਾਂ ਨੂੰ ਪਛਾਣ ਨਾ ਕਰੋ। ਯਾਹੀ ਕਾਜ ਧਰਾ ਹਮ ਜਨਮੰ। ਇਸ ਕੰਮ ਨੂੰ ਲੈ ਕੇ ਅਸੀਂ ਅਵਤਾਰ ਧਾਰਨ ਕੀਤਾ ਹੈ। ਸਮਝ ਲਿਓ ਸਾਧੂ ਸਭ ਮਨਮੰ। ਜਿੰਨੇ ਵੀ ਸਾਧੂ ਲੋਕ ਨੇ ਨਾ, ਗੁਰਮੁਖ ਪਿਆਰੇ ਗੁਰਸਿੱਖ, ਆਪਣੇ ਮਨ ਦੇ ਵਿੱਚ ਇਹ ਗੱਲ ਨੂੰ ਸਮਝਣਾ ਕਰਨ। ਧਰਮ ਚਲਾਵਨ ਸੰਤ ਉਬਾਰਨ। ਧਰਮ ਸਿੱਖੀ ਚਲਾਉਣ ਵਾਸਤੇ ਤੇ ਸੰਤਾਂ ਮਹਾਂਪੁਰਸ਼ਾਂ ਨੂੰ ਪ੍ਰਗਟ ਕਰਨ ਵਾਸਤੇ। ਦੁਸ਼ਟ ਸਭਨ ਕੋ ਮੂਲ ਉਪਾਰਨ। ਤੇ ਜਿਹੜੇ ਦੁਸ਼ਟ ਲੋਕ ਨੇ ਉਹਨਾਂ ਦੀਆਂ ਜੜ੍ਹਾਂ ਪੱਟਣ ਵਾਸਤੇ। ਜੇ ਭਏ ਪਹਿਲ ਅਵਤਾਰਾ। ਹੁਣ ਜਿਹੜੇ ਪਹਿਲੂ ਅਵਤਾਰ ਹੋਏ ਸਨ, ਆਪ ਦਿਨ ਜਾਪ ਉਚਾਰਾ। ਉਹਨਾਂ ਨੇ ਕੀ ਕੀਤਾ ਵੀ ਮੇਰਾ ਜਾਪ ਜਪੋ। ਗੁਰੂ ਜੀ ਕਹਿੰਦੇ ਨੇ ਵੀ ਸਾਡੇ ਤੋਂ ਪਹਿਲੂ ਵੀ ਅਵਤਾਰ ਹੋਏ ਨੇ,
ਉਹਨਾਂ ਨੇ ਅਵਤਾਰ ਹੋ ਕੇ ਕੀ ਕੀਤਾ, ਜਿਵੇਂ ਰਾਧੇ ਕ੍ਰਿਸ਼ਨ ਨੇ ਆਪਣਾ ਨਾਮ ਜਪਾਣਾ ਸ਼ੁਰੂ ਕਰ ਦਿੱਤਾ। ਸਿਆਪਤੀ ਰਾਮਚੰਦਰ, ਹਿੰਦੂ ਕਹਿੰਦੇ ਨੇ ਰਾਮਚੰਦਰ ਨੇ ਆਪਣਾ ਨਾਮ ਜਪਾਣਾ ਸ਼ੁਰੂ ਕਰ ਦਿੱਤਾ। ਗੁਰੂ ਜੀ ਕਹਿੰਦੇ ਨੇ ਵੀ ਉਸ ਪਰਮਾਤਮਾ ਨੇ ਜਿਹੜੇ ਵੀ ਪਹਿਲੂ ਵਿਸ਼ਨੂੰ ਦੇ ਅਵਤਾਰ ਆਏ ਨੇ ਨਾ, ਉਹਨਾਂ ਨੇ ਆਪਣਾ ਨਾਮ ਜਪਾਇਆ ਹੈ ਜੀ। ਪ੍ਰਭ ਦੋਖੀ ਕੋਈ ਨਾ ਬਦਾਰਾ। ਤੇ ਉਹਨਾਂ ਨੇ ਪ੍ਰਭੂ ਪਰਮਾਤਮਾ ਦਾ ਜਿਹੜਾ ਦੋਖੀ ਸੀ ਨਾ, ਜਿਹੜਾ ਰੱਬ ਦਾ ਵਿਰੋਧ ਕਰਦਾ ਏ, ਉਹਨੂੰ ਕਿਸੇ ਨੂੰ ਨਾਸ ਨਹੀਂ ਕੀਤਾ। ਹੁਣ ਰਾਵਣ ਕੀ, ਵਾਹਿਗੁਰੂ ਜੀ ਰਾਮਚੰਦਰ ਕੀ ਕਰਦਾ ਰਿਹਾ, ਜਨਾਨੀ ਪਿੱਛੇ ਯੁੱਧ ਕੀਤਾ ਹੈ। ਤੇ ਕ੍ਰਿਸ਼ਨ ਕੀ ਕਰਦਾ ਰਿਹਾ, ਉਹਨੇ ਆਪਣੇ ਮਾਮੇ ਨੂੰ ਮਾਰਨ ਪਿੱਛੇ ਯੁੱਧ ਕਰਦਾ ਰਿਹਾ, ਰਾਜ ਭਾਗ ਲੈਣ ਦੇ ਲਈ। ਤੇ ਧਰਮ ਦੇ ਲਈ ਕਿਸੇ ਨੇ ਯੁੱਧ ਨਹੀਂ ਕੀਤਾ ਹੈ ਜੀ। ਕਰਮ ਕੋ ਰਾਮ ਨਾ ਡਾਰਾ। ਕਿਸੇ ਨੂੰ ਧਰਮ ਦਾ ਸ੍ਰੇਸ਼ਟ ਕਰਮ ਜਿਹੜਾ ਕਰਨਾ ਹੈ ਨਾ, ਇਹ ਰਸਤੇ ਤੇ ਨਹੀਂ ਤੋਰਿਆ ਹੈ। ਇਹ ਕਾਰਨ ਪ੍ਰਭ ਹਮੈ ਬਨਾਇਓ। ਇਸ ਕਾਰਨ ਨੂੰ ਪ੍ਰਗਟ ਕਰਨ ਦੇ ਲਈ ਉਸ ਅਕਾਲ ਪੁਰਖ ਵਾਹਿਗੁਰੂ ਨੇ ਸਾਨੂੰ ਸਾਜਣਾ ਕੀਤਾ ਹੈ ਵੀ ਇਹ ਜਿਹੜਾ ਪਹਿਲੂ ਕੰਮ ਹੋ ਰਿਹਾ ਹੈ ਨਾ ਅਵਤਾਰਾਂ ਦਾ, ਉਹ ਗਲਤ ਹੋ ਰਿਹਾ ਹੈ, ਉਸ ਨੂੰ ਰੋਕਣਾ ਕਰੋ ਤੇ ਇਹ ਪ੍ਰਭੂ ਪਰਮਾਤਮਾ ਦਾ ਸਹੀ ਪ੍ਰਾਪਤੀ ਦਾ ਜਿਹੜਾ ਮਾਰਗ ਹੈ ਨਾ, ਉਹਦੇ ਤੇ ਚਲਾਉਣਾ ਕਰੋ ਜੀ। ਭੇਦ ਭਾਗ ਇਹ ਲੋਕ ਪਠਾਇਓ। ਤੇ ਭੇਦ ਭਾਖ, ਇਹ ਭੇਦ ਸਾਰੀ ਗੱਲ ਦੱਸ ਕੇ, ਭਾਖ ਦਾ ਅਰਥ ਹੁੰਦਾ ਦੱਸਣਾ, ਭੇਦ ਇਹ ਸਾਰਾ ਭੇਦ ਦੇ ਕੇ ਸਾਰੀ ਗੱਲ ਆਖ ਕੇ ਨਾ ਉਸ ਅਕਾਲ ਪੁਰਖ ਵਾਹਿਗੁਰੂ ਨੇ ਸਾਨੂੰ ਅਵਤਾਰ ਧਾਰਨ ਦੇ ਲਈ ਕਿਹਾ ਹੈ ਜੀ। ਜੋ ਤਿਨ ਕਹਾ ਸੋ ਸਭਨ ਉਚਾਰੋ। ਜੋ ਉਸ ਪ੍ਰਭੂ ਪਰਮਾਤਮਾ ਨੇ ਕਿਹਾ ਉਹ ਅਸੀਂ ਸਾਰੀਆਂ ਗੱਲਾਂ ਦੱਸ ਰਹੇ ਹਾਂ। ਡਿੰਬ ਵਿੰਬ ਕਛਨੈਕ ਨਾ ਕਰੋ। ਡਿੰਬ ਬਿੰਬ ਕਹਿੰਦੇ ਨੇ ਵੀ ਪਖੰਡ ਨੂੰ, ਅਸੀਂ ਕੋਈ ਜਿਹੜਾ ਪਖੰਡ ਹੈ ਨਾ ਉਹ ਨਹੀਂ ਕਰਨ ਦੇਣਾ। ਜਿਹੜੇ ਸਿੱਖ ਨੇ ਇਹਨਾਂ ਨੂੰ ਕਿਸੇ ਨੂੰ ਪਖੰਡ ਨਹੀਂ ਕਰਨ ਦੇਣਾ। ਤੇ ਜਿਹੜਾ ਪਖੰਡ ਕਰਦਾ ਫਿਰ ਗੁਰੂ ਮਹਾਰਾਜ ਜੀ ਕਹਿੰਦੇ ਨੇ ਉਹ ਭੇਖ ਤਾਰੀ, ਅਸੀਂ ਉਹਦੇ ਤੇ ਭੇਜਦੇ ਨਹੀਂ ਹਾਂ ਜੀ। ਕਬ ਬਾਚ ਦੋਹਰਾ ਜੋ ਨਿਜ ਪ੍ਰਭ ਮੋ ਸੋ ਕਹਾ ਸੋ ਕਹੇ ਹਉ ਜਗ ਮਾਹੇ। ਜਿਹੜੀ ਗੱਲ ਉਸ ਅਕਾਲ ਪੁਰਖ ਵਾਹਿਗੁਰੂ ਨੇ ਸਾਨੂੰ ਆਖੀ ਅਸੀਂ ਜਗਤ ਵਿੱਚ ਦੱਸ ਦਿੱਤੀ ਹੈ ਜੀ। ਜੋ ਤਿਨ ਪ੍ਰਭ ਕੋ ਧਿਆਏ ਹੈ ਅੰਤ ਸੁਰਗ ਕੋ ਜਾਹੇ। ਜਿਹੜੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਣਗੇ ਉਹ ਸਵਰਗ ਨੂੰ ਜਾਣਗੇ। ਗੁਰੂ ਮਹਾਰਾਜ ਜੀ ਨੇ ਫੈਸਲਾ ਕਰ ਦਿੱਤਾ ਵੀ ਜੋ ਸਾਨੂੰ ਅਕਾਲ ਪੁਰਖ ਵਾਹਿਗੁਰੂ ਨੇ ਆਖਿਆ ਹੈ ਉਹ ਅਸੀਂ ਦੁਨੀਆ ਵਾਲਿਆਂ ਨੂੰ ਆਣ ਕੇ ਦੱਸ ਦਿੱਤਾ ਹੈ। ਤੇ ਉਸ ਅਕਾਲ ਪੁਰਖ ਵਾਹਿਗੁਰੂ ਨੇ ਆਖਿਆ ਵੀ ਵਾਹਿਗੁਰੂ ਵਾਹਿਗੁਰੂ ਨਾਮ ਜਪੋ। ਜਿਹੜੇ ਵਾਹਿਗੁਰੂ ਨਾਮ ਜਪਣਗੇ ਉਹ ਭਾਈ ਸਵਰਗ ਭੋਗਣਗੇ ਜੀ। ਦੋਹਰਾ ਹਰ ਹਰ ਜਨ ਦੋਇ ਏਕ ਹੈ ਬਿਨ ਵਿਚਾਰ ਕਛ ਨਾ ਹੈ। ਹਰੀ ਪਰਮਾਤਮਾ ਤੇ ਹਰੀ ਦਾ ਨਾਮ ਜਪਣ ਵਾਲਾ ਗੁਰਸਿੱਖ ਇੱਕ ਰੂਪ ਨੇ, ਇਹਨਾਂ ਵਿੱਚ ਫਰਕ ਕੋਈ ਨਹੀਂ ਹੈ। ਤੇ ਉਪਜ ਤਰੰਗ ਜਿਉ ਜਲ ਹੀ ਵਿਖੈ ਸਮਾਹੇ। ਜਿਵੇਂ ਪਾਣੀ ਤੋਂ ਪੈਦਾ ਹੋ ਕੇ ਬੂੰਦ ਪਾਣੀ ਵਿੱਚ ਅਭੇਦ ਹੋ ਜਾਂਦੀ ਹੈ। ਚਉਪਈ ਜੇ ਜੇ ਬਾਦ ਕਰਤ ਹੰਕਾਰਾ। ਜਿਹੜਾ ਕੋ ਹੰਕਾਰ ਕਰਕੇ ਲੜਾਈ ਕਰਦਾ ਹੈ, ਤੇ ਭਿੰਨ ਕਹਿਤ ਕਰਤਾਰਾ। ਵਾਹਿਗੁਰੂ ਉਹਨਾਂ ਤੋਂ ਅੱਡ ਰਹਿੰਦਾ ਹੈ, ਰਹਿਤ ਕਰਤਾਰਾ ਦਾ। ਉਹਨਾਂ ਦੇ ਪਾਸ ਰੱਬ ਨਹੀਂ ਰਹਿੰਦਾ ਹੈ ਜੀ। ਵੇਦ ਕਤੇਬ ਵਿਖੈ ਹਰ ਨਾਹੀ। ਨਾ ਕਿਸੇ ਵੇਦ ਸ਼ਾਸਤਰ ਤੇ ਨਾ ਕਿਸੇ ਕਤੇਬ ਕੁਰਾਨ ਦੇ ਵਿੱਚ ਰੱਬ ਹੈ ਜੀ। ਜਾਣ ਲਿਓ ਹਰ ਜਨ ਮਨ ਮਾਹੀ। ਇਹ ਕੇਵਲ ਤੇ ਕੇਵਲ ਗੁਰਸਿੱਖ ਦੇ ਅੰਦਰ ਵਸਿਆ ਹੋਇਆ ਹੈ। ਬਹੁ ਵਿਸਥਾਰ ਕਹਿ ਲੋ ਕੋਈ ਕਹੈ। ਕੋਈ ਕਿੰਨਾ ਮਰਜੀ ਵਿਸਥਾਰ ਕਰੀ ਜਾਵੇ, ਸਮਝਤ ਬਾਤ ਵਕਤ ਹੋਇ ਰਹੈ। ਤੇ ਗੱਲ ਸਮਝਦਾ ਥੱਕ ਜਾਂਦਾ ਹੈ। ਰਸਨਾ ਧਰੈ ਕਈ ਜੋ ਕੋਟਾ। ਜਿਹੜੇ ਉਸ ਪ੍ਰਭੂ ਪਰਮਾਤਮਾ ਨੂੰ ਨਾਮ ਜਪਦੇ ਨੇ ਰਸਨਾ ਦੇ ਨਾਲ, ਤਦ ਭਗਨਤ ਇਹ ਪਰਤ ਸੋ ਟੋਟਾ। ਤੇ ਉਹਨੂੰ ਭਾਈ ਜਦੋਂ ਅੱਗੇ ਲੇਖਾ ਦੇਣਾ ਪੈਂਦਾ ਹੈ ਨਾ, ਉਦੋਂ ਫਿਰ ਉਹਦੇ ਤੇ ਗੁਰੂ ਦੀ ਕਿਰਪਾ ਹੋ ਜਾਂਦੀ ਹੈ ਜੀ। ਦੋਹਰਾ ਜਬ ਆਇਸ ਪ੍ਰਭ ਕੋ ਭਇਓ ਜਨਮ ਧਰਾ ਜਗ ਆਏ। ਧੰਨ ਗੁਰੂ ਜੀ ਰਹਿਮਤ ਕਰਦੇ ਨੇ, ਰਸਨਾ ਧਰੇ ਕਈ ਜੋ ਕੋਟਾ। ਜੇ ਕੋਈ ਕਿਸੇ ਹੋਰ ਨੂੰ ਨਾਮ ਜਪਦਾ ਨਾ, ਤਪਦ ਗੰਤ ਤੇ ਪਰ 300 ਟੋਟਾ। ਉਦੋਂ ਫਿਰ ਜਦੋਂ ਲੇਖਾ ਦੇਣਾ ਪੈਂਦਾ ਉਹ ਕਿਸੇ ਹੋਰ ਦਾ ਜਪਿਆ ਹੋਇਆ ਨਾਮ ਘਾਟੇ ਦਾ ਕਾਰਨ ਬਣ ਜਾਂਦਾ ਹੈ। ਜਦੋਂ ਉਸ ਪਰਮਾਤਮਾ ਦਾ ਹੁਕਮ ਹੋਇਆ ਤੇ ਅਸੀਂ ਜਨਮ ਧਾਰਨ ਕੀਤਾ ਹੈ। ਅਗੋ ਕਥਾ ਸੰਖੇਪ ਤੇ ਸਭ ਨੂੰ ਕਹਿ ਸੁਣਾਏ। ਤੇ ਇਹ ਜਿਹੜੀ ਕਥਾ ਵਾਰਤਾ ਹੈ ਨਾ ਸੰਖੇਪ ਰੂਪ ਦੇ ਵਿੱਚ, ਇਹ ਗੁਰੂ ਮਹਾਰਾਜ ਜੀ ਸੱਚੇ ਸਤਿਗੁਰੂ ਨੇ ਕਿਰਪਾ ਕੀਤੀ। ਅੱਜ ਸੰਗਤਾਂ ਦੇ ਸਾਰਿਆਂ ਨੂੰ ਗੁਰੂ ਮਹਾਰਾਜ ਜੀ ਸੱਚੇ ਸਤਿਗੁਰੂ ਨੇ ਜੋ ਦਸਮ ਗ੍ਰੰਥ ਦੀ ਬਾਣੀ ਦੇ ਅੰਦਰ ਦਰਜ ਕੀਤਾ ਸੀ ਉਹ ਸੁਣਾਉਣਾ ਕੀਤਾ ਹੈ। ਇਤਨੀ ਕੁ ਸੇਵਾ ਸੰਗਤ ਨੇ ਪ੍ਰਮਾਣ ਕਰਨੀ। ਥੋੜਾ ਜਿਹਾ ਸਮਾਂ ਜ਼ਿਆਦਾ ਲੱਗ ਗਿਆ ਹੈ। ਸੱਚੇ ਸਤਿਗੁਰੂ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਕਿਰਪਾ ਕਰਨ, ਸਾਰਿਆਂ ਨੂੰ ਧੀਰਜ ਦੀ ਦਾਤ ਬਖਸ਼ਿਸ਼ ਕਰਨ। ਦੇਹੋ ਸੱਜਣ ਆਸੀਸ ਰੀਆ ਜੋ ਹੋਵੇ ਸਹਿਬ ਸਿਉ ਮੇਲ। ਦੋਹਰਾ ਜਬ ਆਇਸ ਪ੍ਰਭ ਕੋ ਭਇਓ ਜਨਮ